ਅਖਾੜੇ ਲਵਾਏ ਗਏ ਔਰ ਉਸ ਆਲਮ ਨੇ ਆਪਣੇ ਰਾਜੇ ਦੇ ਮਹਿਲ ਵਿੱਚ ਲਿਜਾ ਕੇ ਸਾਡੇ ਕੋਲ ਬਹੁਤ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਵੀ ਕਿੰਨਾ ਤੰਗ ਕੀਤਾ ਗਿਆ ਸੀ ਮੂਸੇ ਵਾਲੇ ਨੂੰ। ਪਹਿਲਾਂ ਸਿਕਿਉਰਿਟੀ ਦੇ ਥ੍ਰੈਟ ਕਰਕੇ ਉਹਨੂੰ ਉਹ ਤੋਂ ਸਿਕਿਉਰਿਟੀ ਵਾਪਸ ਲੈ ਲੈਣੀ, ਉਹਨੂੰ ਦੇ ਦੇਣੀ, ਕੇਸ ਰਜਿਸਟਰ ਕਰ ਲਿਆ, ਅਰੈਸਟ ਨਾ ਕਰਨਾ। ਇਹ ਸਾਰੇ ਦੇ ਵਿੱਚ ਇੱਕ ਬਹੁਤ ਵੱਡੀ ਸਟ੍ਰੈਸ ਵਿੱਚ ਉਹ ਟੱਪ ਰਿਹਾ ਸੀ। ਰਾਜੇ ਬਣਨ ਕਰਕੇ ਠੱਗ ਨਵਜੋਤ ਸਿੱਧੂ ਵਰਗੇ ਜਿਹੜੇ ਚੋਰ ਲਟੇਰੇ ਠੱਗ ਆਪ ਜਿਹੜੇ ਨਕਾਬਾਂ ਪਾ ਕੇ ਬੈਠੇ ਆ ਚੰਗਿਆਈ ਦੀਆਂ ਤੇ ਇਮਾਨਦਾਰੀ ਦੀਆਂ, ਇਹਨਾਂ ਨੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਜਬੂਰ ਕੀਤਾ। ਕਹਿੰਦੇ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਸੀ ਸਿਰਫ 7 ਮਹੀਨੇ 'ਚੋਂ ਕਰਕੇ ਦਿਖਾਤਾ। ਠੀਕ ਹੈ, ਬਿਲਕੁਲ ਕਹਿ ਰਹੇ ਹੈ, ਬਹੁਤ ਵਧੀਆ, ਬਿਲਕੁਲ ਮੈਂ ਇਸ ਗੱਲ ਨੂੰ ਮੰਨਦਾ। 70 ਸਾਲਾਂ ਦਾ ਜੋ ਉਹਨਾਂ ਨੇ ਸਤਿਆਨਾਸ਼ ਕੀਤਾ ਸੀਗਾ ਉਹ 7 ਮਹੀਨੇ 'ਚ ਕਰ ਦਿੱਤਾ ਇਹਨਾਂ ਨੇ। ਉਹ ਧਰਨੇ ਸਾਡੇ ਵਰਗੇ ਬੰਦੇ ਨੇ ਸਾਹਮਣੇ ਖੜ ਕੇ ਇਹਨਾਂ ਨੂੰ ਛਿੱਤਰ ਮਾਰ ਕੇ ਚੁਕਾਏ। ਉੱਥੇ ਮੈਂ ਵੱਡੀ ਪਾਰਟੀ ਬਣੀ ਫਿਰਦੀ ਪ੍ਰਧਾਨ ਸੀਗਾ, ਉੱਥੇ ਮੈਂ ਖੜ ਕੇ ਸਾਹਮਣੇ ਉਸੇ ਟਾਈਮ ਸ਼ਾਮ ਨੂੰ ਭੱਜ ਕੇ ਜਿਹਦੇ ਇਹਨੂੰ ਚੈਲੰਜ ਕੀਤਾ ਵੀ ਆਓ ਸਾਹਮਣੇ ਕਰੋ ਜੀ, ਤੁਹਾਡੇ ਕੋਲ ਪੱਲੇ ਹੈਗਾ। ਜਦੋਂ ਆਪ ਚੋਰ ਆਏ, ਆਪ ਅਸੀਂ ਕਤਲਾਂ ਦੇ ਮਤਲਬ ਉਹ ਹੈਗੇ ਠੱਗੀਆਂ ਮਾਰੀਆਂ ਹੋਈਆਂ, ਕੋਈ ਬਸ ਛੱਡਿਆ ਹੀ ਨਹੀਂ ਹੋਇਆ, ਕਿਹਦੇ ਪਿੱਛੇ ਖੜ ਜਾਣਗੇ? 4 ਕਤਲ ਨੇ, ਠੀਕ ਹੈ, ਇੱਕ ਬੰਬ ਧਮਾਕਾ ਹੈਗਾ, ਨਹੀਂ ਕਿਸੇ ਨੂੰ ਸੁਣਦਾ, ਬੋਲੇ ਹੈ, ਠੀਕ ਹੈ, ਹਰ ਗੱਲ ਜਾਂਦੀ ਹੈ ਦੁਨੀਆ ਤੱਕ, ਲੋਕ ਤਾਂ ਸੁਣਦੇ ਆ। ਠੀਕ ਹੈ, ਉਹ ਕੇਸ ਖਿਲਾਉਣ ਮੈਂ ਕਹਿੰਦਾ ਉਹਨਾਂ ਕਰਪਸ਼ਨ ਜਿਹਨੂੰ ਭਾਵੇਂ ਛੱਡ ਹੀ ਦਿਓ, ਤੁਸੀਂ ਛੱਡ ਦਿਓ ਇਸ ਗੱਲ ਨੂੰ, ਇਹਦੇ 'ਚ ਲਿਆਓ ਖਾਂ ਤੁਸੀਂ, ਇਹ 'ਚ ਨਿਕਲਣ ਨੂੰ ਥਾਂ ਹੀ ਕੋਈ ਨਹੀਂ ਹੈਗਾ। ਮਜੀਠੀਆ ਸਾਹਿਬ ਨੇ ਚਿੱਟੇ ਦੀ ਫੈਕਟਰੀਆਂ ਲਾਤੀਆਂ, ਜਦੋਂ ਕੈਮੀਕਲ ਦਾ ਚਿੱਟਾ ਬਣਨ ਲੱਗ ਪਿਆ ਉਦੋਂ ਫਿਰ ਉਹਦੀ ਸਪਲਾਈ ਵਾਸਤੇ ਇਹਨਾਂ ਨੂੰ ਇੱਕ ਲੋਕਲ ਚੇਨ ਦੀ ਲੋੜ ਸੀ। ਜਿਹੜਾ ਪਹਿਲਾਂ ਜਿਹੜਾ ਚਿੱਟੇ ਦੇ ਧੰਦੇ ਹੁੰਦੇ ਸੀ, ਜਿਹੜੀ ਅਸਲੀ ਹੈਰੋਇਨ ਸੀ, ਉਹਦਾ ਤੱਕ ਇੱਕ ਪੂਰੇ ਦਾ ਪੂਰਾ ਸਿਸਟਮ ਬਣਿਆ ਹੋਇਆ, ਉਹਦੇ ਵਾਸਤੇ ਕੋਈ ਲੋੜ ਨਹੀਂ ਸੀ ਨਵੇਂ ਸਿਸਟਮ ਦੀ, ਕਿਉਂਕਿ ਇਹਨਾਂ ਨੇ ਕੈਮੀਕਲ ਫੈਕਟਰੀਆਂ ਵਿੱਚ ਆਪ ਬਣਾ ਕੇ ਵੇਚਣਾ ਸੀਗਾ। ਉਹਦੇ ਵਾਸਤੇ ਫਿਰ ਲੋਕਾਂ ਦੇ ਪੁੱਤਾਂ ਨੂੰ ਇਹਨਾਂ ਨੇ ਗੈਂਗਸਟਰ ਬਣਾਇਆ ਹੈ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਮਾਨ ਸਰਕਾਰ ਨੇ ਜਦੋਂ ਤੋਂ ਅਹੁਦਾ ਸੰਭਾਲਿਆ, ਭਗਵੰਤ ਸਿੰਘ ਮਾਨ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਤਾਂ ਉਦੋਂ ਤੋਂ ਇੱਕ ਆਸ ਪੰਜਾਬੀਆਂ ਨੂੰ ਬੱਝੀ ਸੀ, ਪਰ ਇਹ ਨਹੀਂ ਪਤਾ ਸੀ ਕਿ 7 ਮਹੀਨਿਆਂ ਦੇ ਵਿੱਚ ਇਹ ਆਸ ਜਿਹੜੀ ਆ ਨਾਮੋਸ਼ੀ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਣੀ ਆ। ਕਿਉਂਕਿ ਅੱਜ ਸਵਾਲ ਜਿਹੜੇ ਉੱਠਦੇ ਨੇ ਉਹ ਪੰਜਾਬ ਦੇ ਲਾਅ ਐਂਡ ਆਰਡਰ 'ਤੇ ਉੱਠਦੇ ਨੇ ਕਿ ਪੰਜਾਬ ਦੇ ਵਿੱਚ ਭਾਈ ਇੰਨਾ ਕ੍ਰਾਈਮ ਜਿਹੜਾ ਉਹ ਵੱਧਦਾ ਜਾ ਰਿਹਾ। ਖਾਸ ਕਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕੀ ਹਾਲ ਆ, ਇਸ ਦੇ ਬਾਬਤ ਗੱਲਬਾਤ ਕਰਾਂਗੇ। ਮੇਰੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਹੋਣਗੇ। ਸਭ ਤੋਂ ਪਹਿਲਾਂ ਸੇਖੋਂ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਸੇਖੋਂ ਸਾਹਿਬ, ਸਵਾਗਤ ਹੈ ਆਰਐਮਬੀ ਟੈਲੀਵਿਜ਼ਨ 'ਤੇ। ਥੈਂਕ ਯੂ ਵੈਰੀ ਮਚ ਸਰ। ਸੇਖੋਂ ਸਾਹਿਬ, ਜਿਵੇਂ ਮੈਂ ਪਹਿਲਾਂ ਗੱਲ ਕਰੀ ਆ ਕਿ 7 ਮਹੀਨਿਆਂ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਉੱਠਣੇ, ਉਹ ਵੀ ਸਿਰਫ ਲਾਅ ਐਂਡ ਆਰਡਰ ਦੇ ਉੱਪਰ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਭੰਗ ਹੋਇਆ। ਪਿਛਲੇ ਦਿਨੀ ਤਲਵੰਡੀ ਸਾਬੋ ਦੇ ਵਿੱਚ ਵੀ ਜਿਹੜਾ ਹੈਗਾ ਉਹ ਧਰਨਾ ਲੱਗਦਾ ਸਿਰਫ ਇਸ ਕਾਰਨ ਕਿ ਸ਼ਰੇਆਮ ਗੈਂਗਸਟਰ ਜਿਹੜੇ ਨੇ ਉਹ ਫਰੌਤੀਆਂ ਲੈ ਰਹੇ ਨੇ। ਤਾਂ ਇਹ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਗਰੇਵਾਲ ਸਾਹਿਬ, ਇਹ ਜੀ ਹਾਲਾਤ ਨਾ ਜਦੋਂ 7 ਮਹੀਨੇ ਸਰਕਾਰ ਰਹਿ ਜਾਂਦੀ ਹੁੰਦੀ ਬਾਕੀ ਉਦੋਂ ਹੁੰਦੇ ਇਹ ਨਵੀਂ ਅਚੀਵਮੈਂਟ ਹੈ ਸਰਕਾਰ ਦੀ। ਠੀਕ ਹੈ, ਜਿਹੜੇ ਪਹਿਲੇ 7 ਮਹੀਨੇ ਜੀ ਕਰ ਲਏ, ਕਿਉਂ ਪਹਿਲੇ 4 ਸਾਲ ਤਾਂ ਮਤਲਬ ਇਹ ਲੁੱਟ ਖੋਹ 'ਚ ਪਹਿਲੇ ਹੁੰਦੇ ਤੇ ਲੋਕ ਜਿਹੜੇ ਹੈਗੇ ਉਹ ਚੁੱਪ ਕਰਕੇ ਬੈਠੇ ਹੁੰਦੇ ਵੀ ਸਰਕਾਰ ਆ ਗਈ। ਹੁਣ ਹਾਲਾਤ ਹੈ ਵੀ ਲੋਕ ਜਾਗੇ ਹੋਏ ਆ। ਸੋਸ਼ਲ ਮੀਡੀਆ ਇਹਦਾ ਇੱਕ ਬਹੁਤ ਵੱਡਾ ਮਤਲਬ ਕਾਰਨ ਹੈਗਾ। ਤੁਸੀਂ ਲੋਕ ਵੀ ਕੁਛ ਪ੍ਰੈਸ ਦਾ ਵੀ ਕੁਛ ਪਾਰਟ ਜਿਹੜਾ ਬਚਿਆ ਹੋਇਆ, ਜਿਹੜਾ ਕੁਛ ਸਾਡੇ ਵਰਗੇ ਬੰਦਿਆਂ ਕੋਲ ਪਹੁੰਚ ਜਾਂਦਾ, ਉਹਦੇ ਕਰਕੇ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਤਾਂ ਉਹਦੇ ਨਾਲ ਇੱਕ ਜਾਗਰੂਕਤੀ ਜਿਹੜੀ ਬਹੁਤ ਵੱਡੀ ਆਉਂਦੀ ਹੈ। ਮੈਂ ਕੋਲ ਆਪਣੇ 'ਤੇ ਗੱਲ ਨਹੀਂ ਕਰਦਾ, ਅਦਰਵਾਈਜ਼ ਮੈਂ ਗੱਲ ਕਰਦਾ ਬਹੁਤ ਲੋਕ ਹੋਰ ਵੀ ਕੁਛ ਬੋਲਦੇ ਹੈਗੇ, ਪਰ ਜਿਹੜੀ ਮਤਲਬ ਖੁੱਲ੍ਹੀ ਗੱਲ ਹੈਗੀ ਆ ਉਹ ਜਿਹੜੀ ਲੋਕਾਂ ਤੱਕ ਜਦੋਂ ਪਹੁੰਚਦੀ ਹੈ ਉਹਦੀ ਫਿਰ ਵੈਲਿਊ ਬਦਲ ਜਾਂਦੀ ਹੈ। ਤਾਂ 7 ਮਹੀਨਿਆਂ ਦੀ ਤੁਸੀਂ ਗੱਲ ਕਰਦੇ ਹੋ, ਮਹੀਨਾ ਤਾਂ ਇੱਕ ਚੰਗੇ ਮੈਸੇਜ ਵਾਸਤੇ ਵਾਧੂ ਹੁੰਦਾ, ਅਤੇ ਮਹੀਨਾ ਇੱਕ ਹੀ ਜਿਹੜਾ ਹੈਗਾ ਜਿਹੜਾ ਇੱਕ ਸਰਕਾਰ ਦੇ ਮਤਲਬ ਜਿਹੜਾ ਕਾਰਗੁਜ਼ਾਰੀ ਆ ਉਹਨੂੰ ਮਾੜੇ ਪਾਸੇ ਲਿਜਾਣ ਵਾਸਤੇ ਕਾਫੀ ਹੁੰਦਾ। ਅਤੇ ਇਹਨਾਂ ਨੇ ਤਾਂ 7 ਮਹੀਨੇ ਲਾਤੇ ਇਸ ਕੰਮ 'ਚ ਦੱਸਣ ਵਾਸਤੇ ਵੀ ਅਸੀਂ ਇਹ ਤੋਂ ਵੱਧ ਬੇੜਾ ਕਰ ਕਰਾਂਗੇ। ਠੀਕ ਹੈ, ਅਤੇ ਇਸ ਕਰਕੇ ਜਿਹੜਾ ਇਹਦਾ ਰਿਜ਼ਲਟ ਜਿਹੜੇ ਹੈਗੇ ਸੰਗਰੂਰ ਦੇ ਇਲੈਕਸ਼ਨ 'ਚ ਵੀ ਲੋਕਾਂ ਨੂੰ ਤੁਹਾਨੂੰ ਦੇਖਣ ਨੂੰ ਮਿਲੇ ਤੁਹਾਡੇ ਸਾਹਮਣੇ। ਅਦਰਵਾਈਜ਼ ਲੋਕਾਂ ਦਾ ਰੋਹ ਜਿਹੜਾ ਹਰ ਗੱਲ ਦੇ ਵਿੱਚ ਮਤਲਬ ਜਿਹੜੇ ਲੋਕ ਪ੍ਰੋਟੈਸਟ ਕਰਨ ਦੇ ਪੋਜੀਸ਼ਨ 'ਚ ਆਏ ਹੋਏ ਆ। ਖਾਸ ਤੌਰ 'ਤੇ ਤਾਂ ਆਪਣੀ ਅਗਲੀ ਗੱਲਬਾਤ 'ਚ ਆਪਾਂ ਕਰਾਂਗੇ ਕਿ ਆ ਸਿੱਧੂ ਮੂਸੇਵਾਲੇ ਵਾਲੀ ਜਿਹੜੀ ਮੈਟਰ ਹੋਇਆ ਵਾ, ਮਤਲਬ ਇੱਕ ਉਸ ਪਰਿਵਾਰ ਨੂੰ ਜਿਹਨੇ ਆਪਣਾ ਇਹੋ ਜਿਹਾ ਬੱਚਾ ਗਵਾਇਆ ਹੋਇਆ, ਅਤੇ ਅੱਜ ਵਾਰਨਿੰਗ ਦੇਣੀ ਪਵੇ ਇੱਕ ਕਤਲ ਕੇਸ ਦੀ ਜਿਹੜੀ ਮਤਲਬ ਜਿਹੜੀ ਹੈਗੀ ਹੈ ਤਫਤੀਸ਼, ਤੁਹਾਡੇ ਜਿਹੜਾ ਪੁਲਿਸ ਡਿਪਾਰਟਮੈਂਟ ਉਹ ਵੀ ਜਿਹਦੀ ਨਿਗਰਾਨੀ ਦਿੱਲੀ ਦਾ ਮਤਲਬ ਵਰਗੀ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਕਰ ਰਹੀਆਂ ਹੁਣ, ਅਤੇ ਤੁਸੀਂ ਉਹਦੇ ਵਿੱਚ ਮਤਲਬ ਨੂਣ ਹੀ ਗੁੰਨੀ ਜਾਂਦੇ ਹੋ। ਇੱਕ ਤਾਂ ਆਟੇ 'ਚ ਨੂਣ ਹੁੰਦਾ ਆਪਣਾ, ਠੀਕ ਹੈ, ਅਤੇ ਤੁਸੀਂ ਆਟੇ 'ਚ ਨੂਣ ਛੱਡ ਕੇ ਨਾ ਨੂਣ 'ਚ ਆਟਾ ਪਾਇਆ ਤਾਂ ਨੂਣ ਹੀ ਗੁੰਨੀ ਜਾਂਦੇ ਹੋ। ਕੁਛ ਤਾਂ ਉਹ 'ਚ ਠੀਕ ਕਰ ਲਓ। ਅਤੇ ਉਸ ਕੇਸ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਮਤਲਬ ਬੇੜਾ ਗਰਕ ਕਰਕੇ ਪੇਸ਼ ਕੀਤਾ, ਉਹਦੇ ਚਲਾਨ ਚਲੂਣ, ਉਹ ਤੋਂ ਬਾਅਦ ਕੁਛ ਲੋਕਾਂ ਦੀ ਨਿਗਾਹ 'ਚ ਸਾਡੇ ਵਰਗਿਆਂ 'ਚ ਆਇਆ, ਉਹ ਤੋਂ ਬਾਅਦ ਸਾਡਾ ਵੀ ਜਾਣਾ ਹੋਇਆ ਸੀ ਉੱਥੇ, ਅਤੇ ਕੁਛ ਰੀਜ਼ਨ ਉਹ ਵੀ ਬਣੇ ਜਦੋਂ ਸਲੀਤ ਪਤਾ ਲੱਗਦੀ ਅਗਲੇ ਨੂੰ। ਉਹ ਆਦਮੀ ਉਦੋਂ ਬਹੁਤ ਸਟਰੋਂਗ ਹੋ ਜਾਂਦਾ ਜਦੋਂ ਉਹਦੇ ਕੋਲ ਗਵਾਉਣ ਨੂੰ ਕੁਛ ਨਹੀਂ ਹੁੰਦਾ। ਮੇਰੀ ਆਪਣੀ ਸਟੋਰੀ ਰਲਦੀ ਮਿਲਦੀ ਇਹੋ ਜਿਹੀ ਹੈ। ਠੀਕ ਹੈ, ਨੌਕਰੀ ਇਹਨਾਂ ਨੇ ਲੈ ਲਈ ਅਤੇ ਬਾਕੀ ਤਾਂ ਫਿਰ ਜਾਨ ਹੀ ਰਹਿ ਗਈ ਨਾ। ਉਹਦੇ 'ਚ ਪਰਮਾਤਮਾ ਦਾ ਵੀ ਹੱਥ ਹੁੰਦਾ, ਕਿੰਨਾ ਚਿਰ ਤੁਹਾਨੂੰ ਜਿਉਂਦੇ ਰੱਖਣਾ ਉਹਨੇ। ਅਤੇ ਇਹ ਸੇਮ ਕੇਸ ਜਿਹੜਾ ਹੈਗਾ ਨਵਜੋਤ, ਉਹਨਾਂ ਦੇ ਜਿਹੜੇ ਸਿੱਧੂ ਦੀ ਫੈਮਿਲੀ, ਉਹਨਾਂ ਨਾਲ ਤਾਂ ਬਹੁਤ ਵੱਡੇ ਤਰੀਕੇ ਨਾਲ ਵਾਪਰ ਗਿਆ। ਇੱਕ ਬੱਚਾ ਉਹਨਾਂ ਦਾ, ਅਤੇ ਉਹ ਜਿਹੜਾ ਉਹਨਾਂ ਦੇ ਕੋਲੇ ਨਹੀਂ ਹੈਗਾ, ਅਤੇ ਸਮਰੱਥ ਉਹ ਹੈਗੇ ਆ, ਕੋਈ ਦਿੱਕਤ ਨਹੀਂ ਹੈਗੀ, ਕੋਈ ਇਹ ਤਾਂ ਹੈ ਨਹੀਂ ਵੀ ਰੋਟੀ ਰੋਜੀ ਦਾ ਸਵਾਲ ਆ ਉੱਥੇ। ਅਤੇ ਫਿਰ ਇਹੋ ਜਿਹੇ ਪਰਿਵਾਰਾਂ ਨੂੰ ਜੇ ਇਨਸਾਫ ਨਹੀਂ ਮਿਲੂਗਾ, ਅਤੇ ਦੁਨੀਆ ਉਹਨਾਂ ਦੇ ਨਾਲ ਹੈ, ਵੱਡੀ ਗੱਲ ਸਾਰਿਆਂ ਨਾਲ। ਬਿਲਕੁਲ।
ਸਭ ਤੋਂ ਵੱਡੀ ਗੱਲ ਹੈ ਕਿ ਦੁਨੀਆ ਉਹਨਾਂ ਦੇ ਨਾਲ ਹੈ। ਅੱਜ ਵੀ ਲੋਕਾਂ ਦੇ ਜੋ ਮਤਲਬ ਵੇਖ ਰਹੇ ਆ, ਮਤਲਬ ਸਾਡੇ ਵਰਗੇ ਲੋਕਾਂ ਦੇ ਵੀ ਪਹਿਲਾਂ ਇਹਨਾਂ ਧਿਆਨ ਨਹੀਂ ਸੀ, ਐਵੇਂ ਕਹੀਏ ਤੁਹਾਨੂੰ। ਮੈਂ ਬੜੀ ਵਾਰੀ ਹਮੇਸ਼ਾ ਕਹਿੰਦਾ ਹੁੰਦਾ ਵੀ ਚਲੋ ਇੱਕ ਏਜ ਗੈਪ ਹੈ, ਅਸੀਂ ਓਲਡ ਹੈਗੇ ਆ, ਯੰਗਸਟਰ ਸੀ, ਇੱਕ ਅਲੱਗ ਜਿਹੜਾ ਇਹ ਹੈਗੇ ਇੱਕ ਸੈਗਮੈਂਟ ਨੂੰ ਮਤਲਬ ਉਹ ਕਰਦਾ ਸੀਗਾ, ਮਤਲਬ ਬਿਲੋਂਗ ਜਾਂ ਮਤਲਬ ਉਹਨੂੰ ਅਟਰੈਕਟ ਕਰਦਾ ਸੀਗਾ। ਪਰ ਹੁਣ ਜਦੋਂ ਉਸ ਤੋਂ ਬਾਅਦ ਵਿੱਚ ਕੁਝ ਚੀਜ਼ਾਂ ਆਈਆਂ ਉਹ ਸਾਡੇ ਲੋਕਾਂ ਨੂੰ ਵੀ ਦਿਖਾਈ ਦਿੰਦਾ ਕਿ ਉਹ ਕਿੱਡਾ ਵੱਡਾ ਐਸੈਟ ਸਾਬਤ ਹੋ ਸਕਦਾ ਸੀ ਕਿਸੇ ਟਾਈਮ। ਹਰ ਕੋਈ ਪਹਿਲੇ ਦਿਨ ਤੋਂ ਥੋੜ੍ਹਾ ਉਹਦੇ ਵਿੱਚ ਸੰਭਾਵਨਾਵਾਂ ਹੁੰਦੀਆਂ। ਅਸੀਂ ਵੀ ਯੰਗ ਏਜ 'ਚ ਪਤਾ ਨਹੀਂ ਕੀ ਕੁਛ ਗਲਤ ਕਰਦੇ ਰਹੇ ਹੋਵਾਂਗੇ, ਤੇ ਉਹ ਤਾਂ ਇੰਨਾ ਉਹ ਵੀ ਨਹੀਂ ਸੀ, ਇੱਕ ਲਾਈਨ ਸੀ, ਪ੍ਰੋਫੈਸ਼ਨ ਸੀਗਾ, ਉਹਦੇ ਵਿੱਚ ਜਾ ਰਿਹਾ ਸੀਗਾ। ਤੇ ਉਹਦੇ ਵਿੱਚ ਤਾਂ ਇਹ ਜਿਹੜੇ ਬਾਕੀ ਦੇ ਜਿਹੜੇ ਕਲਾਕਾਰ ਇਹ ਕੀ ਕਰ ਰਹੇ, ਇਹੀ ਤਾਂ ਉਹ ਕੁਛ ਕਰ ਰਹੇ। ਜੇ ਉਹਦੇ ਉੱਤੇ ਇਲਜ਼ਾਮ ਆਪਾਂ ਲਾਉਨੇ ਵੀ ਉਹ ਹਥਿਆਰ ਕਲਚਰ ਨੂੰ ਪ੍ਰਮੋਟ ਕਰਦਾ, ਬਾਕੀ ਕੀ ਕਰਦੇ? ਬਾਕੀ ਵੀ ਤਾਂ ਇਹੀ ਕਰ ਰਿਹਾ। ਉਹਨੇ ਤਾਂ ਫਿਰ ਖੁਦ ਲਿਖਿਆ, ਉਹਦੀ ਤਾਂ ਟੈਲੈਂਟ ਹੀ ਬਹੁਤ ਸੀ ਉਹਦੇ ਵਿੱਚ। ਜਦੋਂ 295 ਗਾਣਾ ਉਹਦਾ ਆਇਆ ਸੀਗਾ, ਬਿਲਕੁਲ ਮੇਰਾ ਕਨਸੈਪਟ ਉਹਦੇ ਬਾਰੇ ਬਿਲਕੁਲ ਚੇਂਜ ਹੋ ਗਿਆ ਸੀ ਵੀ ਜਿਹੜਾ ਬੱਚਾ ਇਸ ਏਜ ਦੇ ਵਿੱਚ ਆਹ ਲਿਖ ਸਕਦਾ, ਜਿਹੜੀ ਸੰਘਰਸ਼ ਅਸੀਂ ਕਰ ਰਹੇ ਹਾਂ ਸਿਸਟਮ ਦੇ ਖਿਲਾਫ, ਉਹਨੇ ਕੋਈ ਪਾਰਟ ਨਹੀਂ ਛੱਡਿਆ ਸੀ ਸਿਸਟਮ ਦਾ ਉਸ ਗਾਣੇ ਦੇ ਵਿੱਚ ਜਿਹਦੇ ਉਹ ਕੱਪੜੇ ਨਾਲ ਲਾਏ ਹੋਣ। ਉਹ ਲੱਗ ਗੱਲ ਹੈ ਕਿ ਉਦੋਂ ਬਾਅਦ ਆਪ ਸ਼ਿਕਾਰ ਹੋਇਆ ਸਿਸਟਮ ਦਾ। ਰਾਜੇ ਵੜਿੰਗ ਵਰਗੇ ਠੱਗ, ਨਵਜੋਤ ਸਿੱਧੂ ਵਰਗੇ ਜਿਹੜੇ ਚੋਰ ਲਟੇਰੇ ਠੱਗ, ਆਪ ਜਿਹੜੇ ਨਕਾਬਾਂ ਪਾ ਕੇ ਬੈਠੇ ਆ ਚੰਗਿਆਈ ਦੀਆਂ ਅਤੇ ਇਮਾਨਦਾਰੀ ਦੀਆਂ, ਇਹਨਾਂ ਨੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਜਬੂਰ ਕੀਤਾ, ਠੀਕ ਹੈ, ਉਹਨੇ ਪਰਚੇ ਦਰਜ ਕਰਕੇ ਮਜਬੂਰ ਕੀਤਾ, ਠੀਕ ਹੈ। ਉਹਦੇ ਕੋਲੋਂ ਅਖਾੜੇ ਲਵਾਏ ਗਏ ਔਰ ਉਸ ਆਲਮ ਨੇ ਆਪਣੇ ਰਾਜੇ ਦੇ ਮਹਿਲ ਵਿੱਚ ਲਿਆ ਕੇ, ਸਾਡੇ ਕੋਲ ਬਹੁਤ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਵੀ ਕਿੰਨਾ ਤੰਗ ਕੀਤਾ ਗਿਆ ਸੀ ਮੂਸੇਵਾਲੇ ਨੂੰ। ਪਹਿਲਾਂ ਸਿਕਿਉਰਿਟੀ ਦੇ ਥ੍ਰੈਟ ਕਰਕੇ ਉਹਨੂੰ ਸਿਕਿਉਰਿਟੀ ਵਾਪਸ ਲੈ ਲੈਣੀ, ਉਹਨੂੰ ਦੇ ਦੇਣੀ, ਕੇਸ ਰਜਿਸਟਰ ਕਰ ਲਿਆ, ਅਰੈਸਟ ਨਾ ਕਰਨਾ। ਇਹ ਸਾਰੇ ਦੇ ਵਿੱਚ ਇੱਕ ਬਹੁਤ ਵੱਡੀ ਸਟ੍ਰੈਸ ਵਿੱਚ ਉਹ ਟੱਪ ਰਿਹਾ ਸੀ, ਜਿਹਦੇ ਬਾਰੇ ਸਾਨੂੰ ਹੁਣ ਜਦੋਂ ਅਸੀਂ ਇਹਨਾਂ ਦੇ ਪਰਿਵਾਰ ਦੇ ਕੋਲ ਬੈਠੇ ਹਾਂ ਤਾਂ ਉਹ ਕੁਝ ਐਸੀ ਚੀਜ਼ਾਂ ਸਾਡੇ ਸਾਹਮਣੇ ਆਈਆਂ ਜਿਹਨਾਂ ਨੂੰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਵੀ ਕਿਸ ਤਰੀਕੇ ਨਾਲ ਕਿੰਨੀ ਬੈਡ ਸ਼ੇਪ ਵਿੱਚ ਉਹਦੀ ਹਾਲਤ ਕੀਤੀ ਹੋਈ ਸੀ ਇਹਨਾਂ ਨੇ ਮੁੰਡੇ ਦੀ, ਠੀਕ ਹੈ। ਤਾਂ ਕਾਫੀ ਮਤਲਬ ਜਿਹੜਾ ਇਹ ਹਾਲਾਤ ਆ ਉਹਦੇ ਪਹਿਲਾਂ ਜਿਉਂਦੇ ਰਹਿਣ ਵੇਲੇ ਵੀ ਠੀਕ ਨਹੀਂ ਸੀਗੇ। ਇਹ ਜਿਹੇ ਜਿਹੜੇ ਮਤਲਬ ਸਟਾਰ ਲੋਕ ਹੁੰਦੇ ਉਹਨਾਂ 'ਤੇ ਬਹੁਤ ਵੱਡੀਆਂ ਜਿਹੜੀਆਂ ਮਾਫੀਆ ਏਜੰਸੀਆਂ ਉਹਨਾਂ ਦਾ ਕਬਜ਼ਾ ਕਰਨ ਦੀ ਉਹਨਾਂ ਦੇ ਉੱਤੇ ਉਹ ਹੁੰਦੀ ਹੈ ਨੀਅਤ ਵੀ ਇਹਦਾ ਜਿਹੜੇ ਏਡੇ ਵੱਡੇ ਆਉਣ ਵਾਲੇ ਸਮੇਂ ਦੇ ਪ੍ਰੋਫਿਟ ਆ ਉਹਨਾਂ ਦੇ ਨਿਗਾਹਾਂ ਹੁੰਦੀਆਂ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੋਇਆ ਉਹਦੀ ਮੌਤ ਦਾ, ਕਿਉਂਕਿ ਉਹ ਝੁਕਿਆ ਨਹੀਂ, ਡਰਿਆ ਨਹੀਂ, ਅੜਿਆ ਰਿਹਾ ਉਹਨਾਂ ਨਾਲ। ਫਿਰ ਇੱਕ ਡਰੱਗ ਦਾ ਧੰਦਾ ਜਿਹੜਾ ਹੈਗਾ ਉਹ ਭਾਵੇਂ ਮੈਂ ਇਹ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲੇ ਦਾ ਕੋਈ ਕੰਸਰਨ ਹੋਊਗਾ, ਪਰ ਇਨਡਾਇਰੈਕਟਲੀ ਇਹਨਾਂ ਨੇ ਇਸ ਭਾਈਚਾਰੇ ਨੂੰ ਜਿਹੜਾ ਵੀ ਕਲਾਕਾਰਾਂ ਦਾ ਹੈਗਾ ਸਾਰੇ ਨੂੰ ਇਸ ਧੰਦੇ ਵਿੱਚ ਜਿਹੜਾ ਹੈਗਾ ਉਲਝਾਇਆ ਹੋਇਆ ਕਿਸੇ ਨਾ ਕਿਸੇ ਲੈਵਲ ਦੇ ਵਿੱਚ। ਤੇ ਇਸ ਕਰਕੇ ਇਹ ਕਾਣੇ ਆ, ਬੋਲਦੇ ਨਹੀਂ ਹੈਗੇ। ਇਹਨਾਂ ਦੇ ਮੂੰਹ ਜਿਹੜੇ ਹੈਗੇ ਆ ਉਹ ਤਾਂ ਕੰਮ ਇਹਨਾਂ ਦਾ ਗਾਉਣਾ ਤੇ ਹੱਸਣਾ ਨੱਚਣਾ, ਮੂੰਹ ਖੁੱਲ੍ਹੇ ਰੱਖਣਾ, ਪਰ ਇਸ ਮਾਮਲੇ 'ਚ ਆ ਕੇ ਮੂੰਹ 'ਚ ਜਿੰਦਰੇ ਵਜੇ ਹੋਏ ਆ। ਕਿਸੇ ਦੀ ਕੋਈ ਹਿੰਮਤ ਨਹੀਂ ਆ ਕੇ ਖੜਾ ਹੋ ਜਾਵੇ। ਇਹਨਾਂ ਦੀ ਆਵਾਜ਼ ਕਿੱਥੋਂ ਤੱਕ ਜਾਂਦੀ ਹੈ? ਬਿਲਕੁਲ। ਤਾਂ ਇਸ ਕਰਕੇ ਇਹਨਾਂ ਨੇ ਬਿਲਕੁਲ ਡਰ, ਬੇਸ਼ਰਮੀ ਔਰ ਡਰ ਦੋਨੋਂ ਚੀਜ਼ਾਂ, ਡਰ ਸਰਕਾਰ ਦਾ, ਬੇਸ਼ਰਮੀ ਕਿਰਦਾਰ ਦੀ ਹੁੰਦੀ ਜਦੋਂ ਆਪਾਂ ਕਿਸੇ ਦੇ ਇਨਸਾਫ ਦੀ ਖਾਤਰ। ਮੇਰੇ ਉਹਦੇ ਨਾਲ ਕੀ ਰਿਸ਼ਤੇਦਾਰੀ ਹੈ? ਜੇ ਮੈਂ ਉਵੇਂ ਵੇਖਾਂ ਤਾਂ ਠੀਕ ਹੈ, ਕੋਈ ਏਜ ਇਫੈਕਟ ਨਹੀਂ ਹੈਗਾ, ਪਰ ਅਸੀਂ ਦੇਖ ਰਹੇ ਹਾਂ, ਅਸੀਂ ਉਹਨਾਂ ਦੇ ਮਾਂ-ਬਾਪ ਨੂੰ ਦੇਖ ਰਹੇ ਹਾਂ, ਉਸ ਬੱਚੇ ਦਾ ਫਿਊਚਰ ਦੇਖ ਰਹੇ ਸੀ ਵੀ ਉਹਨੇ ਕੀ ਬਣਨਾ ਸੀ। ਕੁਝ ਚੰਗੀਆਂ ਚੀਜ਼ਾਂ ਦਿਖਾਈ ਦਿੱਤੀਆਂ ਤਾਂ ਅੱਜ ਜਿਹੜੀ ਉਹ ਆਵਾਜ਼ ਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਬਹੁਤ ਧੱਕਾ ਹੋਇਆ, ਇਹਨੂੰ ਠੀਕ ਜਿਹੜਾ ਤਾਂ ਕੀਤਾ ਨਹੀਂ ਜਾ ਸਕਦਾ। ਮੁੰਡੇ ਨੇ ਤਾਂ ਵਾਪਸ ਆਉਣਾ ਨਹੀਂ ਹੈਗਾ। ਵੀ ਘੱਟੋ ਘੱਟ ਜਿਹੜਾ ਇਨਸਾਫ ਤਾਂ ਕਰਦੇ ਹੋ, ਜਿਹੜਾ ਤੁਸੀਂ ਪਹਿਲੇ ਦਿਨ ਤੋਂ ਜਿੱਦਾਂ FIR ਲਿਖੀ ਹੈ ਉਸ ਦਿਨ ਤੋਂ ਤੁਸੀਂ ਬੇੜਾ ਗਰਕ ਕਰਤਾ ਉਹਦਾ ਮਤਲਬ ਕੇਸ ਦਾ, ਤੇ ਉਹਨੂੰ ਇਸ ਤਰੀਕੇ ਨਾਲ ਤਫਤੀਸ਼ ਕੀਤੀ ਜਿਹੜੀ ਉਹ ਜਿਹੜੇ ਅਸੀਂ ਤਾਂ ਮੈਂ ਤਾਂ ਕਹਿੰਦਾ ਇਹਨਾਂ ਪਲਾਂਟ ਕੀਤੇ ਹੋਏ ਬੰਦੇ। ਸਾਡੇ ਤੋਂ ਪਹਿਲਾਂ ਇਹ ਗੱਲ ਹੀ ਨਹੀਂ ਹਜਮ ਆਉਂਦੀ ਕਿ ਜਿਹੜੇ ਬੰਦਿਆਂ ਨੂੰ ਇਹ ਕਹਿ ਰਹੇ ਆ ਵੀ ਇਹਨਾਂ ਨੇ ਕੀਤਾ, ਉਹ ਤਾਂ ਹੈ ਹੀ ਨਹੀਂ। ਮੰਨ ਲਓ ਚਲੋ ਇਹਨਾਂ ਦੀ ਮੰਨ ਲੈਂਦੇ, ਫਿਰ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਤਾਂ ਕੋਈ ਹੱਲ ਕਰਨਾ ਚਾਹੀਦਾ ਸੀ। ਜਿਹੜਾ ਚਲਾਨ ਇੱਥੇ ਪੇਸ਼ ਕੀਤਾ ਇਹਨਾਂ 'ਚੋਂ ਇੱਕ ਬੰਦਾ ਵੀ ਇਹਨਾਂ 'ਚੋਂ ਕੋਈ ਸਜ਼ਾ ਨਹੀਂ ਹੁੰਦਾ ਗਾ। ਤਾਂ ਇਹਦੇ ਵਿੱਚ ਬਾਕੀ ਦੀਆਂ ਹੁਣ ਦੁਬਾਰਾ ਫਿਰ ਫੜ ਕੇ ਲਿਆਂਦਾ, ਜਿਹੜਾ ਉਹ ਦਿੱਲੀ ਪੁਲਿਸ ਨੇ ਫੜਿਆ, ਭੱਜ ਗਿਆ ਸੀ ਇਹਨਾਂ ਕੋਲੋਂ। ਉਹਨੇ ਅੱਗੇ ਕੀ ਕਹਿਣਾ, ਜੋ ਕੁਛ ਮੀਡੀਆ ਵਿਖਾ ਰਿਹਾ ਕੱਲ੍ਹ ਦਾ ਉਹੀ ਚੱਲੀ ਜਾਂਦਾ ਸੀ। ਉਹ ਕਲੱਬ ਦੇ ਵਿੱਚ ਬੈਠਿਆਂ ਦੀਆਂ, ਠੀਕ ਹੈ, ਇਹਨਾਂ ਦੀ ਮੀਟਿੰਗਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੀਡੀਆ ਦੇ ਵਿਖਾਉਣ ਦਾ ਨਹੀਂ। ਮੀਡੀਆ ਨੂੰ ਚਾਹੀਦਾ ਪਿੱਛੇ ਕਾਰਨ ਲੱਭੇ, ਤੇ ਇਹ ਤਾਂ ਇੱਕ ਦੂਜੇ ਨੂੰ ਵੇਖ ਕੇ ਬਸ ਆਹ ਹੀ ਖਬਰਾਂ, ਇਹਦੇ ਬਾਰੇ ਕੀ ਖਿਆਲ ਕਰਦੇ ਹੋ ਤੁਸੀਂ, ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ, ਆਹ ਮੀਡੀਆ ਸਾਡਾ ਰਹਿ ਗਿਆ। ਤਾਂ ਮੀਡੀਆ ਦਾ ਕੰਮ ਪਹਿਲਾਂ ਡਿਟੈਕਸ਼ਨ ਦਾ ਹੁੰਦਾ ਸੀਗਾ, ਜਿਹੜਾ ਕੰਮ ਅਸੀਂ ਕਰ ਰਹੇ ਹਾਂ। ਮੈਂ ਤਾਂ ਕੋਈ ਮੀਡੀਆ ਨਹੀਂ ਹੈਗਾ, ਪਰ ਚਲੋ ਬੀਇੰਗ ਇਹ ਪੁਲਿਸ ਅਫੀਸਰ ਦੀ ਮੇਰੀ ਬੈਕਗਰਾਊਂਡ ਹੈ, ਮੈਨੂੰ ਕੁਛ ਚੀਜ਼ਾਂ ਉਹ ਦਿਖਾਈ ਦਿੰਦੀਆਂ ਜਿਹੜੀਆਂ ਹਰੇਕ ਨੂੰ ਨਹੀਂ ਦੱਸਦੀਆਂ। ਤੇ ਪਰ ਫਿਰ ਇਹ ਜਿਹੜਾ ਮੀਡੀਆ ਹੈ ਇਹਦਾ ਬਿਲਕੁਲ ਇੱਕ ਕੰਮ ਹੈ ਉਹ ਚੀਜ਼ ਨੂੰ ਲੱਭ ਕੇ ਲਿਆਉਣੀ ਜਿਹੜੀ ਲੁਕੋਈ ਗਈ ਹੈ ਸਰਕਾਰ ਤੋਂ। ਤੇ ਇਹ ਸਰਕਾਰ ਦੀਆਂ ਚਾਪਲੂਸੀਆਂ 'ਤੇ ਉਤਰੇ ਹੋਏ ਆ, ਜੁੱਤੀਆਂ 'ਚ ਪਾਣੀ ਪੀਂਦੇ ਸਾਰੇ ਬੜੇ ਚੈਨਲ ਜਿਹੜੇ ਹੈਗੇ ਉਹ ਸਾਰੇ ਸਰਕਾਰੀ ਇਸ਼ਤਿਹਾਰਾਂ ਦੇ ਮਤਲਬ ਆੜ ਦੇ ਵਿੱਚ ਆਪਣੇ ਆਪ ਨੂੰ ਵੇਚ ਕੇ ਇਸ ਟਾਈਮ ਪੰਜਾਬ ਦੇ ਨਾਲ ਧਰੋਕ ਮਾਰੇ। ਤੇ ਮੈਂ ਜਿਹੜੀ ਦੁਸ਼ਮਣੀ ਗਣਦਾ ਹੁੰਦਾ ਚਾਰੇ ਥੰਮਾਂ ਵਿੱਚੋਂ ਸਭ ਤੋਂ ਖਤਰਨਾਕ ਤਰੀਕੇ ਨਾਲ ਜਿਹੜਾ ਨੁਕਸਾਨ ਕੀਤਾ ਉਹ ਮੀਡੀਆ ਨੇ ਕੀਤਾ। ਬਾਕੀ ਤਾਂ ਫਿਰ ਜਿਹੜੇ ਹੈਗੇ ਇੱਕ ਸਿਸਟਮ 'ਚ ਹੈਗੇ ਆ, ਜੁਡੀਸ਼ਰੀ ਦੀ ਹਾਲਤ ਭਾਵੇਂ ਜਿੰਨੀ ਮਰਜ਼ੀ ਮਾੜੀ ਹੈ, ਪਰ ਇੱਕ ਮਤਲਬ ਬ੍ਰੈਕਟ ਵਿੱਚ ਕੰਮ ਕਰਦੇ ਆ ਉਹ, ਠੀਕ ਹੈ। ਇਹ ਸੇਮ ਜਿਹੜਾ ਮਤਲਬ ਬਿਊਰੋਕਰੇਟ ਹੈ, ਠੀਕ ਹੈ, ਉਹ ਪੋਲੀਟੀਸ਼ੀਅਨ ਦੀ ਢਾਲ ਬਣਾ ਕੇ ਆਪਣਾ ਕੰਮ ਕਰਦਾ ਜਿਹੜੇ ਵੀ ਉਹਨਾਂ ਨੇ ਗਲਤ ਕਰਨੇ ਆ। ਪਰ ਮੀਡੀਆ ਤਾਂ ਸਿੱਧਾ ਸਾਹਮਣੇ ਹੈ ਨਾ, ਜਿਹੜਾ ਮਤਲਬ ਤੁਹਾਡਾ ਕੰਮ ਹੈਗਾ ਉਹ ਤੁਸੀਂ ਕਰ ਹੀ ਨਹੀਂ ਰਹੇ, 100 'ਚੋਂ 100 ਵੈਸੇ ਹੀ ਨਹੀਂ ਕਰ ਰਹੇ। ਤਾਂ ਇਸ ਕਰਕੇ ਇਹ ਮੀਡੀਆ ਦਾ ਜਿਹੜਾ ਜੇ ਆਪਾਂ ਇਹਨੂੰ ਕੈਟੇਗਰਾਈਜ਼ ਕਰਾਂਗੇ, ਇਸ ਪੰਜਾਬ ਨਾਲ ਦੁਸ਼ਮਣੀ ਜਿਹੜੀ ਕੀਤੀ ਗਈ ਹੈ ਕੁਛ ਜਿਹੜੇ ਥੰਮਾਂ ਵੱਲੋਂ, ਜਿਹਨੂੰ ਨਕਲੀ ਜਾਂ ਥੰਮ ਚੌਥਾ ਕਹਿ ਦਿੰਦੇ, ਮੈਂ ਤਾਂ ਕਦੇ ਥੰਮ ਮੰਨਦਾ ਹੀ ਨਹੀਂ ਕਿ ਮੀਡੀਆ ਨੂੰ ਚੌਥਾ ਥੰਮ ਕਿਤੇ ਸੀ। ਇਹਦਾ ਤਾਂ ਕੰਮ ਮੈਸੇਂਜਰ ਦਾ ਸੀਗਾ, ਡਾਕੀਏ ਦਾ ਕੰਮ, ਉਹ ਚੌਥਾ ਥੰਮ ਇੱਕ ਸਾਜ਼ਿਸ਼ ਨਾਲ ਬਣਾਇਆ ਗਿਆ। ਉਹ ਸਭ ਤੋਂ ਮਤਲਬ ਬੁਰੀ ਤਰ੍ਹਾਂ ਫੇਲ ਹੋਇਆ। ਤੇ ਨੰਬਰ 1 ਜੇ ਪੰਜਾਬ ਦਾ ਨੁਕਸਾਨ ਜੋ ਹੋਇਆ ਤਾਂ ਮੀਡੀਆ ਕਰਕੇ ਹੋਇਆ।
ਤੁਸੀਂ ਸੇਖੋ ਸਾਹਿਬ ਕਾਂਗਰਸ ਦੀ ਵੀ ਗੱਲ ਕੀਤੀ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਗੱਲ ਕਰੀ ਆ। ਆਫ ਦੀ ਰਿਕਾਰਡ ਲੋਕਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹ ਕਹਿੰਦੇ ਕਿ ਜਦੋਂ ਇਹਨਾਂ ਦੇ ਜਿਹੜੇ ਹੈਗੇ ਆ ਕੋਈ ਲੀਡਰ ਫੜਿਆ ਜਾਂਦਾ, ਇਹਨਾਂ ਦਾ ਕੋਈ ਮੰਤਰੀ ਫੜਿਆ ਜਾਂਦਾ, ਉਹ ਤਾਂ ਇਹ ਧਰਨੇ ਵੀ ਲਾ ਲੈਂਦੇ ਆ, ਰੋਸ ਪ੍ਰਦਰਸ਼ਨ ਵੀ ਕਰਦੇ ਆ। ਤੇ ਕਹਿੰਦੇ ਮੂਸੇ ਵਾਲੇ ਦੇ ਘਰ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਜਿਹੜੇ ਮਹਿਜ਼ ਭੋਗ ਤੱਕ ਰਹਿੰਦੇ ਨੇ। ਤੇ ਉਦੋਂ ਬਾਅਦ ਜੇ ਇਹ ਧਰਨਾ ਜਿਹੜੇ ਭ੍ਰਿਸ਼ਟ ਮੰਤਰੀ ਫੜੇ ਗਏ ਉਹਨਾਂ ਦੇ ਲਈ ਆ, ਤਾਂ ਉਸ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਕਾਂਗਰਸ ਧਰਨਾ ਕਿਉਂ ਨਹੀਂ ਲਾ ਰਹੀ? ਕਿਉਂਕਿ ਆਖਰ ਉਹਨਾਂ ਦੀ ਟਿਕਟ, ਕਾਂਗਰਸ ਦੀ ਟਿਕਟ 'ਤੇ ਹੀ ਲੜਦਾ ਆ। ਕਾਂਗਰਸ ਦਾ ਲੀਡਰ ਵੀ ਸੀ, ਉਹ ਤਾਂ ਉਹ ਕਹਿੰਦੇ ਸੀ ਕਿ ਸਾਡਾ ਲੀਡਰ ਆ ਭਾਈ। ਜਦੋਂ ਆਪਣੇ ਪੱਲੇ ਕੁਛ ਨਾ ਹੋਵੇ ਤਾਂ ਕਿਸੇ ਨੂੰ ਕੀ ਇਨਸਾਫ ਦਿਵਾਵਾਂਗੇ? ਆਸ਼ੂ ਵਾਲੇ ਕੇਸ 'ਚ ਲੈ ਲਓ, ਇਹਨਾਂ ਨੇ ਧਰਨਾ ਲਾਇਆ ਸੀ ਨਾ। ਪਹਿਲਾਂ ਤਾਂ ਇਹਨਾਂ ਦੇ ਮਤਲਬ ਅਜੇ ਹੋ ਸਕਦਾ ਸੀ ਆਸ਼ੂ ਨੂੰ ਨਾ ਫੜਦੇ, ਪਰ ਜਿਹੜਾ ਇਹਨਾਂ ਨੇ ਡਰਾਮਾ ਉੱਥੇ ਵਿਜੀਲੈਂਸ ਦੇ ਸਾਹਮਣੇ ਕੀਤਾ ਤੇ ਉਹ ਆਸ਼ੂ ਨੂੰ ਅੰਦਰ ਦੇਣ ਤੇ ਬਹੁਤ ਵੱਡਾ ਇੱਕ ਮਤਲਬ ਇੱਕ ਸਹਾਈ ਹੋਇਆ ਇਸ ਕੰਮ ਦੇ ਵਿੱਚ। ਫਿਰ ਇਹਨਾਂ ਨੇ ਉਦੋਂ ਬਾਅਦ ਪ੍ਰੋਟੈਸਟ ਕੀਤਾ। ਰਵਨੀਤ ਸਿੱਧੂ ਨੇ ਪੁਲਿਸ ਦੇ ਗਲ ਪਿਆ, ਰਵਨੀਤ ਬਿੱਟੂ, ਠੀਕ ਹੈ, ਪੁਲਿਸ ਦੀ ਵਰਦੀਆਂ ਨੂੰ ਹੱਥ ਪਾਇਆ, ਚੋਰ ਕਿਹਾ। ਤੇ ਪੁਲਿਸ ਤਾਂ ਸਾਡੀ ਮਰੀ ਹੋਈ ਹੈ, ਠੀਕ ਹੈ। ਜਿਹਦੇ ਪੱਲੇ ਕੁਛ ਹੋਵੇ ਤਾਂ ਘੱਟੋ ਘੱਟ ਇਹਦੇ ਖਿਲਾਫ ਪਰਚਾ ਨਾ ਦਰਜ ਕਰਦੀ ਹੁਣ। ਫਿਰ ਉੱਥੇ ਇਹਨਾਂ ਨੇ ਧਰਨੇ ਲਾਏ, ਉਹ ਧਰਨੇ ਸਾਡੇ ਵਰਗੇ ਬੰਦੇ ਨੇ ਸਾਹਮਣੇ ਖੜ ਕੇ ਇਹਨਾਂ ਨੂੰ ਛਿੱਤਰ ਮਾਰ ਕੇ ਚੁਕਾਏ। ਉੱਥੋਂ ਮੈਂ ਵੱਡੀ ਪਾਰਟੀ ਬਣੀ ਫਿਰਦੀ ਪ੍ਰਧਾਨ ਸੀਗਾ, ਉੱਥੇ ਮੈਂ ਖੜ ਕੇ ਸਾਹਮਣੇ ਉਸੇ ਟਾਈਮ ਸ਼ਾਮ ਨੂੰ ਭੱਜ ਗਏ ਜਿੱਦੇ ਇਹਨੂੰ ਚੈਲੰਜ ਕੀਤਾ ਵੀ ਆਓ ਸਾਹਮਣੇ ਕਰੋ ਜੀ ਤੁਹਾਡੇ ਕੋਲ ਪੱਲੇ ਹੈਗਾ। ਜਦੋਂ ਆਪ ਚੋਰ ਆ, ਆਪ ਅਸੀਂ ਕਤਲਾਂ ਦੇ ਮਤਲਬ ਉਹ ਹੈਗੇ ਆ, ਠੱਗੀਆਂ ਮਾਰੀਆਂ ਹੋਈਆਂ, ਕੋਈ ਬਸ ਛੱਡਿਆ ਹੀ ਨਹੀਂ ਹੋਇਆ, ਕਿਹਦੇ ਪਿੱਛੇ ਖੜ ਜਾਣਗੇ? ਇਹਨਾਂ ਨੂੰ ਤਾਂ ਇੰਨੀ ਸ਼ਰਮ ਨਹੀਂ ਆਈ ਵੀ ਤੁਸੀਂ ਆਸ਼ੂ ਪਿੱਛੇ ਤਾਂ ਧਰਨਾ ਲਾ ਰਹੇ ਹੋ ਵੀ ਇਹਨੂੰ ਛੱਡਿਆ ਜਾਵੇ, ਤੇ ਤੁਸੀਂ ਫੌਜਾ ਸਿੰਘ ਸਰਾਰੀ ਨੂੰ ਕਹਿੰਦੇ ਵੀ ਫੜਿਆ ਜਾਵੇ, ਇੱਥੇ ਖਟਖਟ ਕਲਾਂ ਆ ਕੇ ਬੈਠੇ ਹੋ, ਠੀਕ ਹੈ। ਤੁਸੀਂ ਆਪਣੇ ਕ੍ਰਾਈਟੇਰੀਆ ਤਾਂ ਵੇਖੋ ਵੀ ਫੌਜਾ ਸਿੰਘ ਸਰਾਰੀ ਜਿਹੜਾ ਹੈਗਾ ਉਹ ਤਾਂ ਹੈ ਤਾਂ ਮਾੜਾ ਹੀ, ਮੈਂ ਵੀ ਕਹਿੰਦਾ, ਪਰ ਉਦੋਂ ਉਹ ਮਾਪਦੰਡ ਕਿੱਧਰ ਜਾਂਦੇ ਆ? ਜਦੋਂ ਤੁਹਾਡੇ ਆਪਣੇ ਫਸਦੇ ਉਦੋਂ ਤੁਸੀਂ ਕਹਿੰਦੇ ਸਰਕਾਰ ਵਡੰਟਾ ਕਰਦੀ ਹੈ, ਤੇ ਜਦੋਂ ਇਹਨਾਂ ਦੇ ਕੋਈ ਗੱਲ ਆਉਂਦੀ ਫਿਰ ਤੁਸੀਂ ਕਹਿੰਦੇ ਫੜ ਕੇ ਹੁਣ ਅੰਦਰ ਕਰੋ। ਇਹ ਵੀ ਅੰਦਰ ਹੋਣਾ ਚਾਹੀਦਾ, ਉਹ ਵੀ ਅੰਦਰ ਹੋਣੇ ਚਾਹੀਦੇ। ਜਿਹੜੇ ਇੱਕ ਮੁਜ਼ਾਹਰੇ ਕਰਦੇ ਫਿਰਦੇ ਬਾਹਰ ਹੈ, ਰਾਜਾ ਵੜਿੰਗ, ਸੰਦੀਪ ਸੰਧੂ, ਸੁਖਜਿੰਦਰ ਰੰਧਾਵਾ, 3-4 ਨਾਮ ਮੇਰੇ ਆਉਂਦੇ, ਅਦਰਵਾਈਜ਼ ਤਾਂ ਕੋਈ ਵੀ ਨਹੀਂ ਬਚਿਆ ਹੋਇਆ ਇਸ ਗੰਦ ਤੋਂ। ਵਿਜੇਂਦਰ ਸਿੰਘਲੇ ਦਾ ਵੀ ਨੰਬਰ ਲੱਗਿਆ ਖੜਾ। ਸਾਰੇ ਦੇ ਸਾਰੇ ਡਿਜ਼ਰਵ ਕਰਦੇ ਜੇਲ੍ਹ ਵਿੱਚ ਜਾਣਾ। ਔਰ ਜੋ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਜਿਹੜੀ ਚੰਗੀ ਗੱਲ ਹੈ, ਉਹਨੂੰ ਚੰਗਾ ਕਹਿੰਦੇ ਅਸੀਂ। ਬੇਸ਼ੱਕ ਗਾਂ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਲੱਗਦਾ ਕਿ ਇਹ ਨਿਭ ਜਾਣਗੇ ਸਰਕਾਰ ਵਾਲੇ ਇਸ 'ਤੇ, ਫਿਰ ਇਹਨਾਂ ਨੁਕਤਾਚੀਨੀ ਦਾ ਸਮਾਂ ਮੌਕਾ ਦੇਣਗੇ ਸਾਨੂੰ। ਪਰ ਅੱਜ ਦੀ ਡੇਟ ਵਿੱਚ ਜੇ ਇਹ ਕਰ ਰਹੇ ਆ ਤਾਂ ਮਤਲਬ ਲੋਕਾਂ ਵਿੱਚ ਇੱਕ ਚੰਗਾ ਜਿਹੜਾ ਹੈਗਾ ਉਹ ਇੱਕ ਮੈਸੇਜ ਜਾਂਦਾ ਉਹਦਾ। ਪਰ ਗੱਲ ਹੈ ਵੀ ਇੱਕ ਚੰਗਾ ਕਰਕੇ 500 ਨਾਲ ਗਲਤੀਆਂ ਕਰ ਲੈਂਦੇ ਆ। ਜੋ ਕੁਛ ਗੁਜਰਾਤ ਵਿੱਚ ਮਤਲਬ ਜੋ ਡਰਾਮੇ ਕੀਤੇ ਜਾ ਰਹੇ ਆ, ਉੱਥੇ ਜਾ ਕੇ ਪੰਜਾਬ ਦੀਆਂ ਫੋਟੋਆਂ ਵਿਖਾਈਆਂ ਜਾ ਰਹੀਆਂ, ਪੰਜਾਬੀ ਨੂੰ ਪਤਾ ਨਹੀਂ ਪੰਜਾਬ ਕਿੰਨਾ ਸੁਧਾਰ ਹੋ ਗਿਆ। ਇੱਥੇ ਕਰਪਸ਼ਨ ਇੱਥੇ ਕਹਿੰਦੇ ਖਤਮ ਕਰਤੀ ਅਸੀਂ, ਰੇਤਾ ਬਜਰੀ ਇੱਥੇ ਸਸਤੀ ਕਰਤੀ। ਇਦੋਂ ਵੱਡੇ ਝੂਠ ਹੈ ਕੋਈ? ਤਾਂ ਮਤਲਬ ਇਸ ਤਰ੍ਹਾਂ ਦੇ ਝੂਠ ਜਿਹੜੇ ਹੈਗੇ ਆ, ਫਿਰ ਜਿਹੜੀ ਗੱਲ ਉੱਧਰ ਜਾਂਦੀ ਉਹ ਘੁੰਮ ਕੇ ਵਾਪਸ ਆਉਂਦੀ ਹੈ, ਅਤੇ ਉਹ ਲੋਕਾਂ ਦੇ ਵਿੱਚ ਗੁੱਸਾ ਵੱਧਦਾ। ਉੱਧਰੋਂ ਲੱਭਣਾ ਕੁਛ ਨਹੀਂ, ਅਤੇ ਇੱਧਰੋਂ ਮਤਲਬ ਜਿਹੜਾ ਹੈਗਾ ਕੋਲੇ ਹੈਗਾ ਉਹ ਹੱਥ ਵਾਲੀ ਕਹਿੰਦੇ ਹੁੰਦੇ ਉੱਡ ਜਾਣੀ, ਅਤੇ ਜਿਹਦੇ ਝਾੜੀ ਮਗਰ ਗਏ ਵੇ ਉਹ ਲੱਭਣੀ ਨਹੀਂ ਹੈਗੀ। ਭਗਵੰਤ ਸਿੰਘ ਮਾਨ ਤਾਂ ਕਹਿੰਦੇ ਭ੍ਰਿਸ਼ਟਾਚਾਰ ਜਮ੍ਹਾਂ ਖਤਮ ਕਰਤਾ। ਕਹਿੰਦੇ ਇਸ ਤਾਂ ਇੱਕ ਨੰਬਰ ਦੇਤਾ, ਜੇ ਕੋਈ ਪੈਸੇ ਮੰਗਦਾ ਤੁਸੀਂ ਸਾਨੂੰ ਨੰਬਰ 'ਤੇ ਫੋਨ ਕਰੋ, ਤਾਂ ਕਹਿੰਦੇ ਤਦੇ ਅਸੀਂ ਉਹ ਅਫਸਰ ਨੂੰ ਚੱਕ ਲੈਂਦੇ ਹਾਂ। ਇਹ ਇਹਨਾਂ ਨੇ ਸਟਾਰਟਿੰਗ 'ਤੇ ਦਿੱਤਾ ਸੀ ਨੰਬਰ, ਅਤੇ ਤੁਸੀਂ ਵੀਡੀਓ ਹੈਗੇ ਤੁਸੀਂ ਮੈਨੂੰ ਦੱਸ ਦਿਓ ਕਿ ਲਿਸਟ ਜਾਂਦੀ ਕੋਈ 2-4 ਬੰਦਿਆਂ ਦਾ ਨਾਂ ਦੱਸ ਦਿਓ ਜਿਹੜੇ ਉਸ ਨੰਬਰ ਤੋਂ ਫੜੇ ਹੋਣ ਇਹਨਾਂ ਨੇ। ਇੰਨਾ ਹੀ ਹੈ ਨਾ ਵੀ ਆਪਾਂ ਕਹਿੰਦੇ ਨੰਬਰ ਦਿੱਤਾ, ਅਤੇ ਉਹਦੇ ਜਿਹੜੀ ਉੱਤੇ ਕਾਰਵਾਈ ਹੋਈ 7 ਮਹੀਨਿਆਂ 'ਚ ਉਹ 'ਚ ਦੱਸ ਦੇਣ ਵੀ ਕਿੰਨੇ ਕੇਸ ਦਰਜ ਕਰਾਏ। ਕੋਈ ਇੱਕ ਵੀ ਨਹੀਂ ਹੋਇਆ। ਈਵਨ ਅੱਜ ਮੇਰੇ ਕੋਲ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ, ਕਿਉਂਕਿ ਲੋਕ ਫੋਨ ਕਰਕੇ ਆਪਣੀ ਗ੍ਰੀਵੈਂਸਸ ਮੈਨੂੰ ਦੱਸ ਦਿੰਦੇ ਆ। ਵਿਜੀਲੈਂਸ ਦੀ ਇੱਕ ਇੰਸਪੈਕਟਰ ਦੀ ਬਣਾ ਲਈ ਕਿਸੇ ਨੇ ਵੀਡੀਓ, ਪੈਸੇ ਮੰਗਦੇ ਦੀ, ਅੰਮ੍ਰਿਤਸਰ ਦੀ ਗੱਲ ਹੈ, ਅੱਜ ਦੀ ਗੱਲ ਹੀ ਹੈ ਇਹ। ਅਤੇ ਉਹਨੇ ਮੁੜ ਕੇ ਅਫਸਰਾਂ ਨਾਲ ਕੰਟੈਕਟ ਕੀਤਾ, ਅਤੇ ਵਿਜੀਲੈਂਸ ਵਾਲਿਆਂ ਨੇ ਨਾਲ ਜਾ ਕੇ ਕਹਿੰਦੇ ਵੀ ਚਲੋ ਅਸੀਂ ਰੇਡ ਕਰਕੇ ਫੜਾਉਂਦੇ ਹਾਂ। ਉਹ ਸਾਰਾ ਟਰੈਪ ਕੀਤਾ, ਅਤੇ ਉਹ ਬੰਦੇ ਨੂੰ ਪਹਿਲਾਂ ਪਤਾ ਸੀਗਾ, ਠੀਕ ਹੈ। ਉਹ ਬੰਦੇ ਨੇ ਮੈਨੂੰ ਫੋਨ ਕੀਤਾ ਜੀ, ਮੈਂ ਜਦੋਂ ਵਿਜੀਲੈਂਸ ਨੂੰ ਨਾਲ ਲੈ ਕੇ ਗਿਆ ਤਾਂ ਮੈਨੂੰ ਵੇਖ ਕੇ ਭੱਜ ਗਿਆ। ਇਹਦਾ ਮਤਲਬ ਉਹਨੂੰ ਪਹਿਲਾਂ ਪਤਾ ਸੀ। ਤਾਂ ਆਹ ਤਾਂ ਹਾਲਾਤ, ਇਹ ਸਰਕਾਰ ਹੀ ਹੈ ਨਾ, ਵਿਜੀਲੈਂਸ ਦਾ ਤਾਂ ਕੋਈ ਰੌਲਾ ਨਹੀਂ ਗਾ, ਇਹ ਸਰਕਾਰ ਹੈ। ਤਾਂ ਸਰਕਾਰ ਜਿਸ ਤਰੀਕੇ ਨਾਲ ਚੱਲਦੀ ਹੁੰਦੀ ਆ, ਅਫਸਰ ਉਵੇਂ ਕਰ ਦਿੰਦੇ। ਫਿਰ ਵੀ ਵਿਜੀਲੈਂਸ ਕੋਲ ਜਿਹੜਾ ਚੀਫ ਅੱਜ ਦੀ ਡੇਟ 'ਚ ਕੰਮ ਕਰ ਰਿਹਾ, ਅਤੇ ਪਹਿਲਾਂ ਮੈਂ 2 ਅਫਸਰ ਕਹਿੰਦਾ ਹੁੰਦਾ ਸੀਗਾ, ਹਰਪ੍ਰੀਤ ਸਿੱਧੂ, ਅਤੇ ਮਤਲਬ ਇਹਦੇ ਬਾਰੇ ਹੁਣ ਇੱਕੋ ਰਹਿ ਗਿਆ ਇਹ, ਜਿਹਦੇ ਤੋਂ ਅਸੀਂ ਉਮੀਦ ਕਰਦੇ ਹਾਂ ਸਾਡੇ ਵਰਗੇ ਬੰਦੇ ਵੀ ਇਸ ਭੀੜ ਵਿੱਚ ਜਿਹੜੀ ਹੁਣ ਅਫਸਰਾਂ ਦੀ ਬੈਠੀ ਹੈ, ਇਹਦੇ 'ਚ ਜੇ ਕੋਈ 2-4 ਨਾਮ ਗਿਣਨੇ, ਹੁਣ ਤਾਂ 2-4 ਵੀ ਨਹੀਂ ਰਹਿੰਦੇਗੇ, ਉਹ ਗਵਾ ਲਿਆ ਇਹਨਾਂ ਨੇ। ਅਤੇ ਇਹਨੂੰ ਜਿੰਨਾ ਚਿਰ ਇਹ ਵਿਜੀਲੈਂਸ ਦਾ ਚਾਰਜ ਦਿੰਦੇ ਆ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਲੱਤਾਂ ਭਰ ਚੱਲਣਗੀਆਂ ਵੀ ਇਹੋ ਜਿਹੇ ਬੰਦੇ ਨੂੰ ਜੇ ਇਸ ਤਰ੍ਹਾਂ ਹੀ ਕੰਮ ਕਰਨ ਦਾ ਮੌਕਾ ਦੇਣਗੇ ਤਾਂ 183 ਦੀ ਲਿਸਟ ਹੈ, ਠੀਕ ਹੈ। ਅਤੇ ਉਹ ਇੰਨੇ ਬੰਦੇ ਨੂੰ ਇਹ ਮਤਲਬ ਡਿਜ਼ਰਵ ਕਰਦੇ ਆ ਜਾਂ ਇੰਨਾ ਮਤਲਬ ਅਫੋਰਡ ਕਰ ਲੈਣਗੇ ਕਿ ਜੇਲ੍ਹਾਂ ਸੁੱਟਣਾ। ਇੰਨੀ ਇਹਨਾਂ ਦੀ ਹਿੰਮਤ ਹੈ, ਪੋਲੀਟੀਕਲ ਵਿਲ ਏਡੀ ਵੱਡੀ ਹੈਗੀ ਹੈ। ਤਾਂ ਇਹ ਕਿਉਂਕਿ ਉਹ ਕਰਾਉਣ ਵਾਲਾ ਕੌਣ ਹੈ? ਰਾਘਵ ਚੱਡਾ, ਕੇਜਰੀਵਾਲ ਹੈਗਾ। ਅਤੇ ਉਹ ਜਿਹੜੇ ਹੈਗੇ ਉਹ ਤਾਂ ਵਪਾਰੀ ਹੈਗੇ, ਉਹ ਤਾਂ ਪੈਸਾ ਕਮਾਉਣ ਵਾਸਤੇ ਆਏ ਹੋਏ ਆ। ਅਤੇ ਇਸ ਕਰਕੇ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇਸ ਜਿਹੜੀ ਡਰਾਈਵ ਨੂੰ ਇਹ ਗਾਂ ਲੰਬਾ ਸਮਾਂ ਤੱਕ ਲੈ ਕੇ ਜਾਣਗੇ। ਇਹ ਤਾਂ ਸਾਡੇ ਵਰਗੇ ਲੋਕਾਂ ਦੇ ਵਿਰੋਧ ਕਾਰਨ ਜਿਹੜਾ ਹੈਗਾ ਇਹ ਚੀਜ਼ਾਂ ਕ੍ਰੀਏਟ ਹੋ ਗਈਆਂ। ਇੱਕ ਉਹਨਾਂ ਨੇ ਆਪ ਦੇ ਪੈਰੀਂ ਘੋੜਾ ਮਾਰਿਆ ਆਸ਼ੂ ਵਰਗੇ ਨੇ, ਉਸ ਤੋਂ ਬਾਅਦ ਜਦੋਂ ਉਹਦੇ 'ਤੇ ਚੇਨ ਆਫ ਕੇਸਿਸ ਜਿਹੜੀ ਚੱਲ ਪਈ ਹੈ, 4 ਪਰਚੇ ਤਾਂ ਦਰਜ ਹੋ ਗਏ, ਅਤੇ 17 ਤਾਂ ਕੰਪਲੇਂਟਾਂ ਪਹਿਲੀਆਂ ਸੀਗੀਆਂ। ਉਹ 17 FIR ਹੁੰਦੀਆਂ ਜਿਹੜੀਆਂ ਮਤਲਬ ਵਿਜੀਲੈਂਸ ਕੋਲੇ ਪਹੁੰਚ ਜਾਣ, ਅਤੇ ਉਸ ਤੋਂ ਬਾਅਦ ਉਹਦੇ ਕਤਲਾਂ ਦਾ ਉਹਦਾ ਪਰਚਾ ਪਿਆ ਜਿਹੜਾ ਉਹ ਮੇਰੇ ਹੁਣ ਦੇਖੋ ਕਿੰਨੀ ਵਾਰੀ ਮੈਂ ਹਰ ਇੰਟਰਵਿਊ 'ਚ ਗੱਲ ਕਰਦਾ, ਸਰਕਾਰ ਜਗਾਉਣ ਦੀ ਕੋਸ਼ਿਸ਼ ਕਰਦਾ ਇਸ ਗੱਲ ਨੂੰ ਵੀ ਉਹ ਮਰਡਰ ਦੇ ਪਰਚੇ ਕਿਉਂ ਨਹੀਂ ਖਿਲਾਉਂਦੇ ਤੁਸੀਂ? 4 ਕਤਲ ਨੇ, ਠੀਕ ਹੈ, ਇੱਕ ਬੰਬ ਧਮਾਕਾ ਹੈਗਾ, ਨਹੀਂ ਕਿਸੇ ਨੂੰ ਸੁਣਦਾ, ਬੋਲੇ ਹੈ, ਠੀਕ ਹੈ। ਹਰ ਗੱਲ ਜਾਂਦੀ ਹੈ ਦੁਨੀਆ ਤੱਕ, ਲੋਕ ਤਾਂ ਸੁਣਦੇ ਆ ਇਹ। ਅਤੇ ਉਹ ਕੇਸ ਖਿਲਾਉਣ, ਮੈਂ ਤਾਂ ਕਹਿੰਦਾ ਉਹਨਾਂ ਕਰਪਸ਼ਨ 'ਚ ਇਹਨੂੰ ਭਾਵੇਂ ਛੱਡ ਹੀ ਦਿਓ, ਤੁਸੀਂ ਛੱਡ ਦਿਓ ਇਸ ਗੱਲ ਨੂੰ, ਇਹਦੇ 'ਚ ਲਿਆਓ ਖਾਂ ਤੁਸੀਂ, ਇਹ 'ਚ ਨਿਕਲਣ ਨੂੰ ਥਾਂ ਹੀ ਕੋਈ ਨਹੀਂ ਹੈਗਾ।
ਵਿਦ ਐਵੀਡੈਂਸ ਹਰ ਚੀਜ਼ ਹੈਗੀ ਹੈ। ਤਾਂ ਉਹ ਬੜੇ ਮਾਪਦੰਡ ਜਿਹੜੇ ਇਹਨਾਂ ਦੇ ਡਿਫਰੈਂਟ ਹੈਗੇ ਆ। ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਪੈਰਵਾਈ ਵਿੰਗ ਆ, ਜਿਹੜਾ ਇਹਨਾਂ ਦਾ ਏਜੀ ਲਾਇਆ ਹੋਇਆ ਵਿਨੋਦ ਕਈ, ਉਹ ਬਿਲਕੁਲ ਜਿਹੜਾ ਆਮ ਤੌਰ 'ਤੇ ਕ੍ਰਿਮੀਨਲ ਲੋਕਾਂ ਦਾ ਵਕੀਲ ਰਿਹਾ ਹੁਣ ਤੱਕ। ਤੇ ਜਿਹੜਾ ਬੰਦਾ ਦਾ ਕੰਮ ਹੀ ਬਚਾਉਣਾ ਹੋਵੇ ਮਾੜੇ ਬੰਦਿਆਂ ਨੂੰ, ਤੇ ਉਹਦੇ ਕੋਲੋਂ ਉਮੀਦ ਰੱਖੀਏ ਕਿ ਆਉਣ ਵਾਲੇ ਸਮੇਂ 'ਚ ਉਹ ਕੁਝ ਲੋਕਾਂ ਨੂੰ ਜੇਲ੍ਹ 'ਚ ਭਜਾਉਣ 'ਚ ਮਦਦ ਕਰੂਗਾ, ਜਾਂ ਕੋਈ ਸਟੇਟ ਨੂੰ ਮਤਲਬ ਕਿਸੇ ਚੰਗੇ ਖਾਤੇ ਪਾਉਣ ਦੇ ਵਾਸਤੇ ਇਹਦਾ ਕੋਈ ਨਾਮ ਵੱਡਾ ਉੱਚਾ ਕਰੂਗਾ। ਔਰ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਇਸ ਤਰ੍ਹਾਂ ਦੇ ਮਤਲਬ ਸੌਦੇਬਾਜ਼ੀਆਂ ਵਾਸਤੇ ਜਿਹੜਾ ਮਸ਼ਹੂਰ ਆ ਉਹ। ਤੇ ਗਾਂ ਜਿਸ ਤਰ੍ਹਾਂ ਦੇ ਗਾਂ ਦੁਕਾਨਾਂ ਗਾਂ ਖੁੱਲ੍ਹੀਆਂ ਹੋਈਆਂ, ਉੱਥੇ ਜੋ ਕੁਝ ਚੱਲਦਾ ਮੈਂ ਅਕਸਰ ਉਹਦੇ ਬਾਰੇ ਬੋਲਦੇ ਰਹਿੰਦਾ। ਜਦੋਂ ਇਸ਼ਤਿਹਾਰਬਾਜ਼ੀ ਦਾ ਸਵਾਲ ਕੱਲ੍ਹ ਭਗਵੰਤ ਸਿੰਘ ਮਾਨ ਕੋਲੋਂ ਕੀਤਾ ਗਿਆ, ਤੁਸੀਂ ਭਾਈ ਇੰਨੇ ਇਸ਼ਤਿਹਾਰ ਜਿਹੜੇ ਆ ਉਹ ਕਿਉਂ ਦਿੰਦੇ ਹੋ, ਤਾਂ ਕਹਿੰਦੇ ਨੇ ਕਿ ਅਸੀਂ ਇਸ਼ਤਿਹਾਰ ਇਸ ਕਰਕੇ ਦਿੰਦੇ ਆ ਕਿ ਹੁਣ ਜਿਹੜੇ ਦੂਜੇ ਆ ਉਹ ਵੀ ਆਪਣਾ ਕੰਮ ਦੱਸਣ ਲੱਗ ਗਏ, ਤੇ ਅਸੀਂ ਆਪਣਾ ਕੰਮ ਜਿਹੜਾ ਹੋਰਨਾਂ ਸੂਬਿਆਂ ਦੇ ਵਿੱਚ ਦੱਸ ਦਿੰਦੇ ਹਾਂ ਕਿ ਭਾਈ ਅਸੀਂ ਆਹ ਚੀਜ਼ ਪੰਜਾਬ ਦੇ ਵਿੱਚ ਕੀਤੀ ਹੈ ਭ੍ਰਿਸ਼ਟਾਚਾਰ ਮੁਕਤ, ਤੁਹਾਡੇ ਵੀ ਸੂਬੇ ਦੇ ਵਿੱਚ ਹੋਣੀ ਚਾਹੀਦੀ ਹੈ। ਫਿਰ ਗੱਲ ਇਹ ਵੀ ਦੱਸਣ ਤਾਂ ਉਹ ਨਾ, ਇਸ਼ਤਿਹਾਰਾਂ ਦੇ ਪੈਸੇ ਕਿਹਦੇ? ਸਾਡੇ ਟੈਕਸ ਦੇ। ਕੋਈ ਘਰੋਂ ਲੈ ਕੇ ਆਇਆ ਮਤਲਬ ਕੀਤਾ ਜਾ ਰਿਹਾ ਜੋ ਵੀ ਹੈਗਾ, ਪੈਸੇ ਤਾਂ ਸਾਡਾ ਹੈ ਨਾ, ਟੈਕਸ ਪੇਅਰ ਦਾ ਮਨੀ ਆ ਉਹ। ਤੇ ਜੇ ਕੁਝ ਕੀਤਾ ਤਾਂ ਦੱਸੋ, ਝੂਠ ਤਾਂ ਨਾ ਮਾਰੋ। ਪਹਿਲੀ ਗੱਲ ਤਾਂ ਜਿਹੜਾ ਕੀਤਾ ਹੋਵੇ ਉਹਦੀ ਦਿਖਣ ਦੀ ਲੋੜ ਨਹੀਂ ਹੁੰਦੀ, ਲੋਕ ਆਵਾਜ਼ ਹੀ ਬਣ ਜਾਂਦੀ ਹੁੰਦੀ। ਸੋਸ਼ਲ ਮੀਡੀਆ ਕਿੱਡੀ ਵੱਡੀ ਗੱਲ ਹੈ। ਇਹਨਾਂ ਦੀ ਇੱਕ ਗੱਲ ਚੰਗੀ ਮੈਂ ਅਸੀਂ ਕਹਿੰਦੇ ਵੀ ਵੇਖੋ ਜੀ ਮੰਤਰੀ ਫੜ ਕੇ ਦਿੱਤੇ, ਅਸੀਂ ਕਹਿੰਦੇ ਨਾ ਕਿਸ ਤੱਕ ਜਾਂਦੀ ਹੈ। ਤੇ ਜੇ ਹੋਰ ਚੰਗੇ ਕੰਮ ਕਰਦੇ ਹੋਣ ਤਾਂ ਉਹ ਵੀ ਕਹਿ ਦਿਆ ਕਰੀਏ। ਇਸ਼ਤਿਹਾਰ ਦੀ ਕੀ ਲੋੜ ਹੈ? ਅਸੀਂ ਕੋਈ ਪੈਸੇ ਤਾਂ ਨਹੀਂ ਲੈਂਦੇ ਇਸ ਗੱਲ ਕਹਿਣ ਦੇ। ਹੋਰ ਜਿਹੜਾ ਮਤਲਬ ਬਹੁਤ ਆਵਾਜ਼ਾਂ ਜਿਹੜੀਆਂ ਉੱਠ ਕੇ ਜਿਹੜੀਆਂ ਇਹਨਾਂ ਦੇ ਖਿਲਾਫ ਬੇਸ਼ੱਕ ਪੋਲੀਟੀਕਲ ਸਿਸਟਮ 'ਚ ਉੱਠਦੀਆਂ, ਪਰ ਬੋਲਦੀਆਂ ਤਾਂ ਉਹੀ ਨਾ ਜੋ ਗਲਤ ਹੈਗਾ। ਭਾਵੇਂ ਅੱਜ ਉਹ ਕੰਮ ਉਹਨਾਂ ਨੂੰ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਤੇ ਹੁਣ ਇਹਨਾਂ ਨੂੰ ਟਾਰਗੇਟ ਕਰਦੇ ਹੋ। ਹਾਲਾਂਕਿ ਇਹਨਾਂ ਤੋਂ ਵੱਡੇ ਚੋਰ ਆ ਉਹ। ਇੰਨੇ ਤਾਂ ਜੀ ਹੋਣੇ ਹੀ ਨਹੀਂ। ਉਹਨਾਂ ਨੇ ਤਾਂ ਪਤਾ ਨਹੀਂ ਪਿਛਲੇ 50-60 ਸਾਲਾਂ 'ਚ ਲੁੱਟੀ ਸਟੇਟ, ਤੇ ਇਹਨਾਂ ਤੋਂ ਮਹੀਨੇ 7 ਹੋਏ ਆ, ਠੀਕ ਹੈ, ਤਾਂ ਬਹੁਤ ਛੋਟੇ ਹੈਗੇ। ਪਰ ਫਿਰ ਵੀ ਉਹ ਹਰ ਗੱਲ 'ਤੇ ਇਹਨਾਂ ਨੂੰ ਟਾਰਗੇਟ ਕਰਦੇ, ਤਾਂ ਹੀ ਕਰਦੇ ਨਾ ਜੇ ਮੌਕਾ ਦਿੰਦੇ ਤਾਂ ਇਸ ਕਰਕੇ ਜੇ ਆਪਾਂ ਕੰਮ ਠੀਕ ਕਰਦੇ ਹੋਈਏ ਤਾਂ ਫਿਰ ਨਾ ਐਡਵਰਟਾਈਜ਼ ਦੀ ਲੋੜ ਹੈ, ਨਾ ਕਿਸੇ ਹੋਰ ਚੀਜ਼ ਦੀ ਲੋੜ ਹੈ। ਤਾਂ ਉਲਟਾ ਤੁਸੀਂ ਕੁਝ ਦੇ ਨਹੀਂ ਰਹੇ, ਫਿਰ ਪਬਲਿਕ ਦਾ ਪੈਸਾ ਜਿਹੜਾ ਹੈਗਾ ਇਸ਼ਤਿਹਾਰਾਂ ਨੂੰ ਦੇ ਕੇ ਮਤਲਬ ਤੁਸੀਂ ਹੋਰ ਜਿਹੜਾ ਸਟੇਟ ਨੂੰ ਜਿਹੜਾ ਇੱਕ ਉਹਦਾ ਡੈਬਿਟ ਹੈ ਜਾਂ ਉਹਦਾ ਕਰਜ਼ਾ ਜਿਹੜਾ ਉਹਦੇ 'ਚ ਵਧਾਉਣ ਤੋਂ ਇਲਾਵਾ ਹੋਰ ਕੋਈ ਜਿਹੜਾ ਯੋਗਦਾਨ ਨਹੀਂ ਪਾਇਆ ਜਾਂਦਾ। ਟੈਗਲਾਈਨ ਇੱਕ ਹੋਰ ਚਲਾਤੀ ਸੇਖੋਂ ਸਾਹਿਬ, ਕਹਿੰਦੇ 7 ਮਹੀਨੇ ਬਨਾਮ 70 ਸਾਲ, ਕਹਿੰਦੇ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਸੀ ਸਿਰਫ 7 ਮਹੀਨਿਆਂ 'ਚੋਂ ਕਰਕੇ ਦਿਖਾਤਾ। ਠੀਕ ਹੈ, ਬਿਲਕੁਲ ਕਹਿ ਰਹੇ, ਬਹੁਤ ਵਧੀਆ। ਇਹ ਤਾਂ ਬਿਲਕੁਲ ਮੈਂ ਇਸ ਗੱਲ ਨੂੰ ਮੰਨਦਾ। 70 ਸਾਲਾਂ ਦਾ ਜੋ ਉਹਨਾਂ ਨੇ ਸਤਿਆਨਾਸ਼ ਕੀਤਾ ਸੀਗਾ, ਉਹ 7 ਮਹੀਨਿਆਂ 'ਚ ਕਰ ਦਿੱਤਾ ਇਹਨਾਂ ਨੇ। ਲੜਕੀਆਂ ਵੇਖੀਆਂ ਸੀ ਘਰੇ ਤੁਰੀਆਂ ਫਿਰਦੀਆਂ ਨਸ਼ੇ 'ਚ ਡਿੱਗਦੀਆਂ ਸੜਕਾਂ ਦੇ ਉੱਤੇ, ਵੇਖ ਰਹੇ ਹਾਂ ਅੱਜ ਕੱਲ੍ਹ। ਰੇਤੇ ਬਿਜਲੀ ਦਾ ਕਿਤੇ ਤੁਹਾਨੂੰ ਪਤਾ ਰੇਤਾ ਮਿਲਦਾ ਅੱਜ ਦੀ ਡੇਟ ਵਿੱਚ ਕੀ ਰੇਟ ਹੋ ਗਏ ਪਤਾ। ਤੇ ਹੋਰ ਬਾਕੀ ਜਿੱਥੇ ਜਿਹੜੇ ਧੰਦੇ 'ਤੇ ਵੀ ਗੱਲ ਕਰ ਲਓ, ਤੇ ਫਿਰ ਵਧੀਆ ਕਮਾਲ ਕੀਤੀ ਹੈ ਕਿ ਨਹੀਂ। ਤੇ ਬਿਲਕੁਲ ਮੈਂ ਇਸ ਗੱਲ ਨੂੰ ਅੰਡੋਰਸ ਕਰਦਾ ਕਿ ਬਿਲਕੁਲ 70 ਸਾਲਾਂ ਦਾ ਕੰਮ 7 ਮਹੀਨਿਆਂ 'ਚ ਕਰਕੇ ਵਿਖਾਇਆ। ਬੜੀ ਵਧਾਈ ਮਿਲਣੀ ਚਾਹੀਦੀ ਹੈ ਸਰਕਾਰ ਨੂੰ। ਇਹਨਾਂ ਜਿਹੜਾ ਗੰਦ ਉਹਨਾਂ ਨੇ 70 ਸਾਲਾਂ 'ਚ ਪਾਇਆ ਸੀ, ਇਹਨਾਂ 7 ਮਹੀਨਿਆਂ 'ਚ ਪਾ ਕੇ ਵਿਖਾਤਾ ਲੋਕਾਂ ਨੂੰ ਵੀ ਅਸੀਂ ਉਹਨਾਂ ਤੋਂ ਕਿਤੇ ਹੱਦ ਨੀਵੇਂ ਤੇ ਗਿਰੇ ਹੋਏ ਕਿਰਦਾਰ ਦੇ ਮਾਲਕਾਂ, ਤੇ ਸਾਡੇ ਤੋਂ ਅਗਾਂਹ ਉਮੀਦ ਨਾ ਰੱਖਿਆ ਜੇ। ਇਸ ਤੋਂ ਵੱਧ ਹੋਰ ਇਹ ਐਡਵਰਟਾਈਜ਼ਮੈਂਟ ਰਾਹੀਂ ਕੀ ਦੱਸ ਸਕਦੇ ਆਪਣੇ ਕੋਲ। ਸਿੱਖ ਸਾਹਿਬ, ਆਖਰੀ ਸਵਾਲ ਹੋਏਗਾ ਕਿ ਕਹਿੰਦੇ ਜਦੋਂ ਗੈਂਗਸਟਰਵਾਦ ਦੀ ਗੱਲ ਹੁੰਦੀ ਹੈ ਕਿ ਤੁਹਾਡੇ ਸਮੇਂ ਦੇ ਵਿੱਚ ਗੈਂਗਸਟਰਵਾਦ ਵਧਿਆ ਆ, ਜੇਕਰ ਗੱਲ ਸਵਾਲ ਹੁੰਦਾ ਆਮ ਆਦਮੀ ਪਾਰਟੀ ਨੂੰ, ਕਹਿੰਦੇ ਅਸੀਂ ਗੈਂਗਸਟਰਵਾਦ 7 ਮਹੀਨਿਆਂ 'ਚ ਨਹੀਂ ਵਧਾਤਾ, ਇਹ ਤਾਂ 70 ਸਾਲਾਂ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਜਿਹੜੀਆਂ ਐਂ ਚਲਾਉਂਦੀਆਂ ਆਈਆਂ। ਨਹੀਂ ਜੀ, ਬਿਲਕੁਲ ਗਲਤ ਗੱਲ ਹੈ। ਅੱਤਵਾਦ ਤੋਂ ਬਾਅਦ ਗੈਂਗਸਟਰ ਕਲਚਰ ਪੈਦਾ ਹੋਇਆ 2003-04 ਤੋਂ ਬਾਅਦ, ਕਿਉਂਕਿ ਜਦੋਂ 2006 ਦੇ ਵਿੱਚ ਮਜੀਠੀਆ ਸਾਹਿਬ ਨੇ ਚਿੱਟੇ ਦੀ ਫੈਕਟਰੀਆਂ ਲਾਤੀਆਂ, ਜਦੋਂ ਕੈਮੀਕਲ ਦਾ ਚਿੱਟਾ ਬਣਨ ਲੱਗ ਪਿਆ, ਉਦੋਂ ਫਿਰ ਉਹਦੀ ਸਪਲਾਈ ਵਾਸਤੇ ਇਹਨਾਂ ਨੂੰ ਇੱਕ ਲੋਕਲ ਚੇਨ ਦੀ ਲੋੜ ਸੀ। ਜਿਹੜਾ ਪਹਿਲਾਂ ਜਿਹੜਾ ਚਿੱਟੇ ਦੇ ਧੰਦੇ ਹੁੰਦੇ ਸੀ, ਜਿਹੜੀ ਅਸਲੀ ਹੈਰੋਇਨ ਸੀ, ਉਹਦਾ ਤੱਕ ਇੱਕ ਪੂਰੇ ਦਾ ਪੂਰਾ ਸਿਸਟਮ ਬਣਿਆ ਹੋਇਆ। ਉਹਦੇ ਵਾਸਤੇ ਕੋਈ ਲੋੜ ਨਹੀਂ ਸੀ ਨਵੇਂ ਸਿਸਟਮ ਦੀ, ਕਿਉਂਕਿ ਇਹਨਾਂ ਨੇ ਕੈਮੀਕਲ ਫੈਕਟਰੀਆਂ ਵਿੱਚ ਆਪ ਬਣਾ ਕੇ ਵੇਚਣਾ ਸੀਗਾ। ਉਹਦੇ ਵਾਸਤੇ ਫਿਰ ਲੋਕਾਂ ਦੇ ਪੁੱਤਾਂ ਨੂੰ ਇਹਨਾਂ ਨੇ ਗੈਂਗਸਟਰ ਬਣਾਇਆ। ਇਹ ਧੰਦਾ 2003-04-05 ਤੋਂ ਸ਼ੁਰੂ ਹੋਇਆ ਹੋਇਆ, ਤੇ 6 ਤੋਂ ਬਾਅਦ ਤਾਂ ਖੁੱਲ੍ਹ ਕੇ ਆਇਆ। 7 'ਚ ਇਹਨਾਂ ਦੀ ਸਰਕਾਰ ਆ ਗਈ ਹੈ, ਤੇ ਜਿੰਨਾ ਚਿਰ ਭੋਲੇ ਹੋ ਰਹੀ 12-13 ਤੱਕ ਨਹੀਂ ਫੜੇ ਗਏ, ਉਹ ਤੱਕ ਥੋੜ੍ਹਾ ਜਿਹਾ ਮਤਲਬ ਚੱਲਦਾ ਸੀਗਾ ਲੋਕੇ। ਉਦੋਂ ਬਾਅਦ ਫਿਰ ਖੁੱਲ੍ਹ ਕੇ ਚਲਾਇਆ ਇਹਨਾਂ ਨੇ, ਮਤਲਬ 12-13 ਤੋਂ 17 ਤੱਕ ਬਿਲਕੁਲ ਓਪਨ ਫੈਕਟਰੀਆਂ ਜਿਹੜੀਆਂ ਨੇ। ਜਿਹੜੀ ਉਹ ਜੀਰਾ ਫੈਕਟਰੀ ਹੈਗੀ ਆ, ਉਹ ਵੀ ਕੈਮੀਕਲ ਫੈਕਟਰੀ ਹੈ, ਨਾਮ ਉਹਦਾ ਸ਼ਰਾਬ ਫੈਕਟਰੀ ਹੈ ਹੈਗੀ, ਉਹ ਬਦਲਾਂ ਦੀ ਹੈ ਨਾਮ, ਭਾਵੇਂ ਇਹਨਾਂ ਦੇ ਕਿਸੇ MLA ਦਾ ਲੱਗਿਆ ਹੋਇਆ ਹੁੰਦਾ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਮਤਲਬ ਅਗਾਂ ਉਸ ਨੂੰ ਜਿਹੜਾ ਅਗਲੀ ਸਰਕਾਰ ਇਹ ਆ ਗਈ ਇਹਨਾਂ ਦੀ ਕਾਂਗਰਸ ਵਾਲਿਆਂ ਦੀ, ਇਹਨਾਂ ਨੇ ਤਾਂ ਜਿਹੜਾ 10 ਸਾਲਾਂ 'ਚ ਕੀਤਾ ਸੀ, ਇਹਨਾਂ ਨੇ 5 ਸਾਲਾਂ 'ਚ ਨੇਰੀਆਂ ਲਿਆਤੀਆਂ। ਤੇ ਹੁਣ ਆਹ 70 ਸਾਲ 7 ਵਾਲੀ ਤੁਸੀਂ ਦੱਸ ਕੇ ਹਟੇ ਆ, ਤੇ ਇਹ ਫਿਰ 7 ਮਹੀਨਿਆਂ ਦੇ ਵਿੱਚ ਜੋ ਹਾਲਾਤ ਲੈ ਕੇ ਆਏ ਬੈਠੇ ਆ। ਤਾਂ ਚਿੱਟੇ ਦਾ ਧੰਦਾ ਜਿੰਨਾ ਚਿਰ ਬੰਦ ਨਹੀਂ ਹੁੰਦਾ। ਕੱਲ੍ਹ ਮੈਂ ਅੱਜ ਇੱਕ ਐਡ ਵੇਖ ਰਿਹਾ ਸੀ, ਜਿਹਦੇ ਵਿੱਚ ਲਿਖਿਆ ਸੀ 4 ਸਾਲਾਂ ਵਿੱਚ ਨਸ਼ਾ ਖਤਮ। ਇੰਨੀ ਫੀਮ ਫੜੀ, ਇੰਨਾ ਗਾਂਜਾ ਫੜਿਆ, ਇੰਨੀ ਭੁੱਕੀ ਫੜੀ, ਇੰਨੇ ਨਸ਼ੀਲੇ ਕੈਪਸੂਲ। ਮੈਂ ਉਹ 'ਤੇ ਲਿਖ ਕੇ ਪਾਇਆ ਵੀ ਚਿੱਟਾ ਕਿੱਥੇ ਇਹਦੇ 'ਚ, ਕਿੰਨਾ ਚਿੱਟਾ ਫੜਿਆ ਤੁਸੀਂ, ਚਿੱਟੇ ਦਾ ਬੰਦਾ ਕਿਹੜਾ ਫੜਿਆ ਤੁਸੀਂ। ਤਾਂ ਚਿੱਟੇ ਦਾ ਤਾਂ ਕੋਈ ਨਾ ਹੀ ਨਹੀਂ ਹੈਗਾ। ਤਾਂ ਇਹ ਸਭ ਆਈ ਵਾਸ਼ ਕਰਕੇ ਜਿਹੜੇ ਡਰਾਮੇ ਫਿਰ ਉਹ ਐਡਵਰਟਾਈਜ਼ਮੈਂਟ ਦੇ ਥਰੂ ਕਰਨਾ ਚਾਹੁੰਦੇ ਆ, ਉਹਦਾ ਸਮਾਂ ਹੁਣ ਨਹੀਂ ਹੈਗਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸੌਦੇ ਜਿਹੜੇ ਹੈ ਨਹੀਂ ਵਿਕਣੇ। ਜੇ ਕੁਛ ਡਿਲੀਵਰ ਕਰਨਾ ਚਾਹੁੰਦੇ ਤਾਂ ਬੰਦੇ ਦੇ ਪੁੱਤ ਬਣ ਕੇ ਜਿਹੜੇ ਹੈਗੇ ਪੰਜਾਬੀਆਂ ਦੇ ਨਾਲ ਸਿੱਧੇ ਹੋ ਕੇ ਚੱਲਣ। ਜਿਵੇਂ ਵੋਟਾਂ ਲਈਆਂ ਸੀ ਉਵੇਂ ਵਾਪਸ ਕਰਨ। ਹੁਣ ਇਹ ਲੁੱਟਾਂ ਖੋਹਾਂ ਮਚਾਈਆਂ ਹੋਈਆਂ। ਅੱਜ ਮੈਂ ਜਲੰਧਰ 'ਚ ਬੈਠਾ, ਹੁਣ ਇੱਥੇ ਇੱਕ ਸੱਜਣ ਨੇ ਮੈਨੂੰ ਦੱਸਿਆ ਵੀ ਇੱਥੇ ਇੱਕ ਜੋੜੀ ਹੈਗੀ ਹੈ MLA ਦੀ, ਇੱਕ ਕੋਈ ਗੁੰਜਰਾਲ ਹੈਗਾ, ਤੇ ਦੂਸਰਾ ਨਾਮ ਕੀ ਸੀ ਕਾਲਾ ਸਾਹਿਬ, ਦੂਜਾ ਕੀ ਨਾਮ ਸੀ ਦੱਸਿਆ ਇੱਕ ਦਾ,
ਦੋ ਐਮਐਲਏ ਇਥੋਂ ਦੇ ਜਿਹੜੇ ਮਤਲਬ ਜੋੜੀ ਹੈ, ਉਹ ਦੋ ਹੀ ਹੈ ਨਾ, ਬਾਕੀ ਤਾਂ ਇੱਕ ਪ੍ਰਗਟ ਕਾਂਗਰਸ ਦਾ, ਇੱਕ ਚੌਥਾ ਮੈਨੂੰ ਪਤਾ ਨਹੀਂ ਕੌਣ ਹੈ। ਸਾਰਾ ਸ਼ਹਿਰ ਲੁੱਟਣ ਤੇ ਲੱਗੇ ਹੋਏ ਆ ਬਿਲਕੁਲ। ਇਹਨਾਂ ਨੇ ਜਿਹੜੀਆਂ ਸੱਟੇਬਾਜ਼ੀਆਂ, ਜੂਏਬਾਜ਼ੀ, ਸਾਰਾ ਸ਼ਹਿਰ ਜਲੰਧਰ 'ਚ ਇਸ ਟਾਈਮ ਜੂਏਬਾਜ਼ੀ ਚੱਲ ਰਹੀ ਖੁੱਲ੍ਹ ਕੇ। ਕੌਣ ਕਰਾ ਰਹੇ ਆ? ਐਮਐਲਏ ਇਹਨਾਂ ਦੇ। ਤੇ ਇਹੀ ਕੰਮ ਸਾਰੇ ਹਾਲ ਇਹੀ ਹੈ। ਅੱਗੇ ਆਸ਼ੂ ਨੇ ਉੱਥੇ ਸਾਰਾ ਧੰਦਾ ਚਲਾਇਆ ਹੋਇਆ ਸੀਗਾ ਲੁਧਿਆਣੇ ਵਿੱਚ, ਤੇ ਹੁਣ ਜਿਹੜੀ ਟੀਮ ਹੁਣ ਐਮਐਲਏ ਦੀ ਆਪ ਵਾਲਿਆਂ ਦੀ, ਉਹ ਕੰਮ ਤਾਂ ਸਾਰਾ ਚੱਲਦਾ ਹੀ ਹੈ। ਤੋ ਇਹ ਜਿਹੜਾ ਪੋਲੀਟੀਕਲ ਸ਼ੈਲਟਰ ਤੋਂ ਬਿਨਾਂ ਤਾਂ ਚੱਲ ਹੀ ਨਹੀਂ ਸਕਦਾ। ਤੋ ਸਾਰਾ ਉਹ ਸਿਸਟਮ, ਸਾਰੇ ਧੰਦੇ ਜਿਹੜੇ ਹੈਗੇ ਅੱਗੇ ਨੂੰ ਵੱਧ ਕੇ ਚੱਲ ਰਹੇ। ਹੁਣ ਤਾਂ ਪੋਸਟਰ ਵੀ ਲੱਗਣ ਲੱਗ ਗਏ, ਚਿੱਟਾ ਇੱਥੇ ਮਿਲਦਾ। ਪਿਛਲੇ ਦਿਨ ਅੰਮ੍ਰਿਤਸਰ ਦੇ ਵਿੱਚ ਵੀ ਲੱਗਿਆ ਸੀ। ਉਹ ਲੋਕ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਦੇ ਆ, ਉਹ ਇਹਨਾਂ ਦੀ ਜੁੱਤੀਆਂ ਜੇ ਵੇਖਣ ਤਾਂ। ਜਦੋਂ ਇਹ ਬੋਰਡ ਕੋਈ ਇਹ ਨਹੀਂ ਲਿਖਿਆ ਕਿ ਉੱਥੇ ਚਿੱਟਾ ਵਿਕਦਾ ਸੀ ਤਾਂ ਬੋਰਡ ਲੱਗਿਆ ਹੋਇਆ, ਉਹ ਇਹਨਾਂ ਦਾ ਮਤਲਬ ਜਿਹੜੀ ਫਿਲਰ ਹੈ ਉਹਨੂੰ ਦਿਖਾਉਣ ਵਾਸਤੇ ਲੋਕਾਂ ਨੇ ਬੋਰਡ ਲੱਗੇ ਹੋਏ ਆ। ਕੋਈ ਚਿੱਟਾ ਵੇਚਣ ਵਾਲਿਆਂ ਨੇ ਬੋਰਡ ਨਹੀਂ ਲਾਇਆ, ਮੈਂ ਤੁਹਾਨੂੰ ਸਪਸ਼ਟ ਕਰਦਾ, ਪਰ ਦੱਸਣ ਵਾਸਤੇ ਲੋਕ ਲਾਇਆ ਵੀ ਤੁਹਾਡੇ ਆਹ ਹਾਲ ਹੈ। ਇੱਥੇ ਕੁੜੀਆਂ ਜਿਹੜੀਆਂ ਹੈਗੀਆਂ ਡਿੱਗਦੀਆਂ ਫਿਰਦੀਆਂ, ਇੱਥੇ ਜੇਲ੍ਹਾਂ ਦੇ ਵਿੱਚ ਜਿਹੜੇ ਸਰੰਜਾਂ ਲੈ ਕੇ ਜਿਹੜੀਆਂ ਵੀਡੀਓ ਬਾਹਰ ਆ ਰਹੀਆਂ, ਠੀਕ ਹੈ, ਤੇ ਇਹ ਮੋਬਾਈਲ ਫੜਦੇ। ਹਰਜੋਤ ਸਿੰਘ ਬੈਂਸ ਜਿਹੜਾ ਹੈਗਾ, ਇਹਦੀ ਕੀ ਪ੍ਰਾਪਤੀ ਹੈ? ਇਹਨੇ ਹਰਪ੍ਰੀਤ ਸਿੰਧੂ ਵਰਗਾ ਅਫਸਰ ਗਵਾ ਲਿਆ, ਜਿਹੜਾ ਕਿ ਜੇਲ੍ਹਾਂ ਦੇ ਵਿੱਚ ਠੀਕ ਕੰਮ ਕਰਨਾ ਚਾਹੁੰਦਾ ਸੀਗਾ, ਤੇ ਇਹਨਾਂ ਨੇ ਭਾਈਚਾਰੇ ਪਾਲਣੇ ਸੀ। ਆਹ ਸੰਧਵਾਂ ਤੇ ਆਹ ਚੀਮਾ ਤੇ ਇਹ ਹਰਜੋਤ ਬੈਂਸ, ਇਹ ਤਿਕੜੀ ਹੈ ਇੱਕ ਜਿਹੜੀ ਹੁਣ ਇਸ ਸਰਕਾਰ ਦੇ ਵਿੱਚ ਕੰਮ ਕਰ ਰਹੀ ਹੈ। ਤੇ ਇਹ ਕਿਉਂਕਿ ਸਿੱਧੀ ਇਹਨਾਂ ਦੀ ਤਾਰਾਂ ਉੱਥੇ ਕੇਜਰੀਵਾਲ ਨਾਲ ਜੁੜੀਆਂ ਹੋਈਆਂ, ਦੂਜੇ ਭਗਵੰਤ ਮਾਨ ਨੂੰ ਤਾਂ ਬਾਈਪਾਸ ਕਰਕੇ ਚੱਲਦੇ ਹੈ। ਤੋ ਇਸ ਕਰਕੇ ਜਿਹੜਾ ਇਹ ਗੈਂਗ ਜਿਹੜਾ ਤਿੰਨਾਂ ਦਾ ਨੈਕਸਸ ਹੈ, ਇਹ ਪੂਰਾ ਚਿੱਟੇ ਦਾ ਧੰਦਾ ਜਿਹੜਾ ਮੈਂ ਹਰਜੋਤ ਬੈਂਸ ਦੇ ਖਾਤੇ ਪੂਰਾ ਕਲੀਅਰ ਕੱਟ ਪਾਉਣਾ, ਠੀਕ ਹੈ। ਇੱਕ ਪਾਸੇ ਸਿੱਖਿਆ ਮੰਤਰੀ, ਠੀਕ ਹੈ, ਤੇ ਇੱਕ ਪਾਸੇ ਕਿਉਂ ਜਿਨ੍ਹਾਂ ਨੂੰ ਸਿੱਖਿਆ ਦੇਣੀ ਉਹਨਾਂ ਨੂੰ ਤਾਂ ਚਿੱਟਾ ਪਿਆਉਣਾ, ਤਾਂ ਠੀਕ ਹੈ, ਕੰਬੀਨੇਸ਼ਨ ਗੁੱਡ ਹੈ, ਬਹੁਤ ਵਧੀਆ ਕੰਬੀਨੇਸ਼ਨ ਹੈ। ਕਿਉਂਕਿ ਯੂਨੀਵਰਸਿਟੀਆਂ ਵੀ ਇਹਨਾਂ ਦੇ ਕੋਲੇ ਹੋਣਗੀਆਂ, ਕਾਲਜ ਵੀ ਇੱਥੇ ਹੋਣਗੇ। ਤਾਂ ਸਪਲਾਈ ਲਾਈਨ ਜਿਹੜੀ ਹੈਗੀ ਹੈ, ਜਿਵੇਂ ਇੱਕ ਯੂਨੀਵਰਸਿਟੀ ਬਣਾਈ ਬੈਠੇ, ਜਾਂ ਉਹ ਜਿਹੜੇ ਸਮਗਲਰ ਜਿਹੜੇ ਬਣਾਈ ਬੈਠੇ ਆ, ਉਹ ਚੰਡੀਗੜ੍ਹ ਯੂਨੀਵਰਸਿਟੀ, ਠੀਕ ਹੈ, ਉਹ ਪਿੱਛੇ ਬਹੁਤ ਕੁਝ ਉੱਥੇ ਹੋਇਆ ਸੀਗਾ। ਤਾਂ ਸਾਰਾ ਕੁਝ ਹੁੰਦਾ। ਇੱਥੇ ਤੁਹਾਡੇ ਜਲੰਧਰ 'ਚ ਲਵਲੀ ਯੂਨੀਵਰਸਿਟੀ ਵਾਲੇ ਇਹ ਕੀ ਹੈਗੇ? ਇਹ ਮਠਿਆਈ ਦੇ ਵਪਾਰੀ ਸੀਗੇ, ਠੀਕ ਹੈ, ਅੱਜ ਮਤਲਬ ਇਹ ਵਿੱਦਿਆ ਵੇਚਣ ਦੇ। ਤਾਂ ਜੋ ਸਮਗਲਰ ਜਿਹੜੇ ਹੈਗੇ, ਬੇਸ ਰੱਖਣ ਵਾਲੇ ਵਪਾਰੀ ਲੋਕ ਆ, ਉਹ ਵਿੱਦਿਆ ਦੇ ਜਿਹੜੇ ਬਣੇ ਬੈਠੇ, ਤੇ ਫਿਰ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ? ਤੇ ਮੰਤਰੀ ਸਾਹਿਬ ਜਿਹੜੇ ਹਰਜੋਤ ਸਿੰਘ ਹੈ, ਤੇ ਜਿਨ੍ਹਾਂ ਕੋਲ ਜੇਲ੍ਹਾਂ ਵੀ ਹੈਗੀਆਂ, ਤਾਂ ਫਿਰ ਵਧੀਆ ਕੰਬੀਨੇਸ਼ਨ ਜਿਹੜੀ ਸਪਲਾਈ ਤੇ ਡਿਮਾਂਡ ਇਕੱਠੀ ਹੋਈ ਵੀ ਹੈ। ਤਾਂ ਬੜਾ ਅੱਛਾ ਚੱਲ ਰਿਹਾ ਧੰਦਾ ਜੋ ਸਾਹਮਣੇ ਦਿਖਾਈ ਦੇ ਰਿਹਾ। ਸਿੱਖੋ ਸਾਹਿਬ, ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸੋ ਮੇਰੇ ਨਾਲ ਬਲਵਿੰਦਰ ਸਿੰਘ ਸੇਖੋਂ ਹੋਣੀ ਸੀ। ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।